वाहिगुरू जी का खालसा वाहिगुरू जी की फतेह। साथियों अज श्री खुरालगढ़ साहिब जी दर्शन करो जी। शटरिंग का काम तकरीबन काफ़ी नेड़े तेड़े पुज गया आ ते इस बिल्डिंग के उपर काफ़ी करोड़ा रुपए का खर्चा आना आ ते सारी संगत नूं बेनती आ कि थानू अकाउंट नंबर सेंड कर दिंदे विच भेज दिंदे आ जी। विचे भेजूँगा मैं तो अपने लो जिन्ना भी हो सके दसवंध कड्डो जी। बहुते तो बहुता थोड़े तो थोड़ा जिन्ना भी हो सकता जरूर करो। रोजगार नहीं होगा कह रहे हो कि बादशाह का जो कंसेप्ट है ऐसा चाहूं राज में जहां मिले सब को अन्न छोट बड़े सब सब बसै ऐसा राज हो बेगमपुरा शहर को नाओ दूर खलो नहीं कहता जिथे कोई गम ना हो। अज हरेक बंदे दे चेहरे उत्ते डर भाव है, चाहे कोई अफसर है, चाहे कोई चपड़ासी लग्या हो, चाहे कोई बेरोजगार है। चिंता ने सारे अपने गलबे विच लिया होया। सो पातशाह कहते ने प्यारे चिंता छड्ड अगम अगोचर अकाल पुरख की बंदगी करके आ प्यारिया नसीब का हिस्सा बन जा, अपनी चिंता तो मुक्त हो जा। आओ अगलियां पंक्तियां सरवण करिए। लायंस क्लब हुशियारपुर वालों जो अरेंज किया ब्लड डोनेट कैंप को समर्पित है। सो प्यारे जिथे आप खून दान करके महादानी बनना है उत्थे तप स्थान श्री खुरालगढ़ साहिब का कार सेवा का कार्य चल रहा है। 15 ਤੋਂ 20 दिन तक लैंटर पैना है प्यारे। और छत के लिए लोड़ींदा समान दास आप जी बोल दिता है। बंदिश किसी से कोई नहीं है प्यारी। जथा शक्ति अनुसार थोड़े तो थोड़ा बहुते तो बहुता गुरु चरणों में भेंट कर सकता है। 200 क्विंटल सरिया छत में पैना है भाव 20 टन 7 टिप्पर बजरी दे 12 टिप्पर रेत दे 1500 गट्टा सीमेंट का समान की लोड़ है। सो संगतां नूं बेनती है प्यारिओ बंदिश किसी को कोई नहीं, थोड़े तो थोड़ा बहुते तो बहुता यथा शक्ति अनुसार जरूर आप अपना योगदान पाइए क्योंकि ये वो दर है जिथे नवाणे मान निताणे ताण। ताण कहीदा संगत जी शक्ति। ताण तो संस्कृत का शब्द है ताण। ताण होता शक्ति निताणा भाव बलहीन जिन्होंने कोई ना पुछदा हो। इस दर से निताणियां का ताण बनता है, निवाणियां का मान बनता है। नतेरिया की तिर बनता है गुरु जिन्होंने कोई नहीं चलता, गुरु ने अपनी गलवकड़ी में लैके पूजन योग बनाया।
ਅੱਜ ਦੀਆਂ ਤੁਕਾਂ, ਅੱਜ ਦੀ ਗੰਭੀਰ ਬਾਣੀ, ਇਲਾਹੀ ਬਾਣੀ ਬੰਦੇ ਨੂੰ ਇਹ ਕਹਿ ਰਹੀ ਹੈ, ਬੰਦਿਆ ਚਿੰਤਾ ਛੱਡ ਕੇ, ਆਪਣੀ ਸਿਆਣਪ ਛੱਡ ਕੇ ਉਸ ਅਕਾਲ ਪੁਰਖ ਦੀ ਇਸ ਕੁਦਰਤ ਨੂੰ ਸਮਝਣਾ ਕਰ। ਸੰਗਤ ਜੀ, ਸਾਡੀ ਜਿਹੜੀ ਸਿਆਣਪ ਹੈ ਨਾ, ਮਾਫ ਕਰਨਾ, ਸਾਡਾ IQ, ਇੱਕ ਸ਼ਬਦ ਹੈ IQ, ਟੈਲੈਂਟ, ਕੋਸ਼ੀਐਂਟ, ਭਾਵ ਤੁਹਾਡੀ ਬੁੱਧੀਮਤਾ ਨੂੰ ਨਾਪਣ ਦਾ ਇੱਕ ਪੈਰਾਮੀਟਰ ਹੈ ਕਿ ਤੁਹਾਡਾ IQ ਕਿੰਨਾ ਕੁ ਵੱਡਾ ਹੈ। ਪਰ ਯਾਦ ਰੱਖਿਓ, ਜਿੰਨਾ ਮਰਜ਼ੀ ਤੁਹਾਡਾ IQ ਵੱਡਾ ਹੋ ਜਾਵੇ, ਬਾਦਸ਼ਾਹ ਕਹਿੰਦੇ ਸੈਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਤੁਸੀਂ ਕਿੱਡੇ ਆਲਮ ਹਾਜ਼ਰ ਹੋ ਜਾਓ, ਵਿਦਵਾਨ ਬਣ ਜਾਓ, ਗੁਣੀ ਗਿਆਨੀ ਬਣ ਜਾਓ, ਪਰ ਯਾਦ ਰੱਖਿਓ ਜਦੋਂ ਪੀੜ ਪੈਂਦੀ ਹੈ ਨਾ ਪਿਆਰਿਓ, ਤਾਂ ਸਿਕੰਦਰ ਵਰਗੇ ਜਿਹੜਾ 16-17 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਫਤਿਹ ਕਰਨੇ ਨਿਕਲਿਆ ਸੀ, ਤੇ 32 ਸਾਲ ਦੀ ਉਮਰ 'ਚ ਉਹਨੂੰ ਇੱਕ ਕੁਦਰਤ ਦਾ ਬਣਾਇਆ ਹੋਇਆ ਛੋਟਾ ਜਿਹਾ ਇਨਸੈਕਟ, ਇੱਕ ਛੋਟਾ ਜਿਹਾ ਜੀਵ ਜਿਹਨੂੰ ਤੁਸੀਂ ਮੱਛਰ ਕਹਿੰਦੇ ਹੋ, ਉਹਨੇ ਵੱਡੇ ਰਾਜਿਆਂ ਨੂੰ ਚਿੱਤ ਕਰ ਦਿੱਤਾ, ਤਰਾਸ਼ਾਹੀ ਕਰ ਦਿੱਤਾ, ਬੜੇ ਰਾਜ ਉਹਨੇ ਹੜੱਪ ਲਏ, ਲਾਸ਼ਾਂ ਦੇ ਉਹਨੇ ਸੱਥਰ ਵਿਛਾਏ। ਪਰ ਕੁਦਰਤ ਦਾ ਇੱਕ ਛੋਟਾ ਜਿਹਾ ਜੀਵ ਜਿਹਨੂੰ ਤੁਸੀਂ ਮੱਛਰ ਕਹਿੰਦੇ ਹੋ, ਉਹਨੇ ਉਹਨੂੰ ਕੱਟ ਲਿਆ ਤੇ ਸਿਕੰਦਰ ਨੂੰ ਮਲੇਰੀਆ ਹੋ ਗਿਆ। ਛੋਟਾ ਜਿਹਾ ਜੀਵ ਉਹਦੀ ਮੌਤ ਦਾ, ਉਹਦੀ ਦਵਾਈ ਦਾ ਕਾਰਨ ਬਣਿਆ। ਜਿਹੜੇ ਸਿਕੰਦਰ ਨੂੰ ਵੱਡੇ ਰਾਜੇ ਜਦੋਂ ਥਰ-ਥਰ ਕੰਬਦੇ ਸੀ, ਕੁਦਰਤ ਦਾ ਛੋਟਾ ਜਿਹਾ ਜੀਵ, ਇੱਕ ਮੱਛਰ, ਉਹਨੇ ਉਸ ਏਡੇ ਯੋਧੇ ਨੂੰ ਤਰਾਸ਼ਾਹੀ ਕਰ ਦਿੱਤਾ। ਇਸ ਕਰਕੇ ਸਹਿਜ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਆ ਬੁਰਾ ਵਕਤ ਬਤੀਤ ਹੋਇਆ ਨਾ, ਕਰੋਨਾ ਕਾਲ ਆਇਆ, ਬਾਦਸ਼ਾਹ ਕਹਿੰਦੇ ਕਿ ਆ ਬੰਦਿਆ, ਇਹ ਮੇਰੀ ਕੁਦਰਤ ਤੂੰ ਸਮਝ ਕੇ ਵੀ ਨਹੀਂ ਸਮਝ ਸਕਦਾ ਜੇਕਰ ਤੂੰ ਆਪਣੇ ਆਪ ਨੂੰ ਆਲਮ ਹਾਜ਼ਰ ਸਮਝਦਾ। ਭੋਲੇ ਭਾਏ ਮਿਲੇ ਰਘੁਰਾਏ, ਤੂੰ ਭੋਲਾ ਹੋ ਜਾ, ਨਿਰਮਲ ਹੋ ਜਾ, ਸ਼ਾਂਤ ਹੋ ਜਾ, ਸਹਿਜ ਹੋ ਜਾ, ਤੈਨੂੰ ਸਹਿਜ ਹੀ ਪਤਾ ਲੱਗ ਜਾਏਗਾ ਕੁਦਰਤ ਕੀ ਹੈ। ਛੋਟਾ ਜਿਹਾ ਜੀਵ ਇੰਨਾ ਸੂਖਸ਼ਮ ਅੱਖ ਨਾਲ ਵਿਖਾਈ ਨਹੀਂ ਸੀ ਦਿੰਦਾ। ਕਰੋਨਾ, ਲੱਖਾਂ ਕਰੋੜਾਂ ਲੋਕ ਉਹਦੀ ਭੇਟ ਚੜੇ, ਬੜੇ ਤੰਤਰ, ਬੜੇ ਡਾਕਟਰ, ਬੜੇ ਆਲਮ ਫਾਜ਼ਲ, ਗਿਆਨੀ ਵਿਗਿਆਨੀ। ਛੋਟਾ ਜਿਹਾ ਜੀਵ ਇਸ ਦੁਨੀਆ ਤੇ ਤਬਾਹੀ ਮਚਾਉਂਦਾ ਹੋਇਆ, ਮਾਰੋ ਮਾਰ ਕਰਦਾ ਹੋਇਆ, ਸਾਰੀ ਗਲੋਬਲ ਨੂੰ ਉਹਨੇ ਗਲਵਕੜੀ ਵਿੱਚ ਲੈ ਲਿਆ, ਤੜਫ ਗਏ। ਇਸ ਕਰਕੇ ਪਿਆਰਿਓ, ਸਾਡੀਆਂ ਸਿਆਣਪਾਂ ਕੰਮ ਨਹੀਂ ਜੇ ਆਉਂਦੀਆਂ। ਕੰਮ ਕੀ ਆਏਗਾ? ਇਹ ਬੰਦਿਆ ਸਹਿਜ ਹੋ ਜਾ, ਸਹਿਜ ਹੋਣ ਦੇ ਨਾਲ ਉਸ ਅਕਾਲ ਪੁਰਖ ਦੀ ਕੁਦਰਤ ਤੈਨੂੰ ਸਮਝ ਆਵੇਗੀ। ਇੱਕ ਗੱਲ ਹੋਰ ਕਹਿ ਕੇ ਮੈਂ ਆਪਣੀ ਬਾਣੀ ਨੂੰ ਵਿਰਾਮ ਦੇਵਾਂ ਅਤੇ ਕੀਰਤਨ ਦਾ ਆਗਾਜ਼ ਕਰੀਏ। ਕਿਆ ਫਿਰ ਸਾਨੂੰ ਦੁੱਖ ਨਹੀਂ ਪਾਉਣਗੇ? ਦੁੱਖ ਨਹੀਂ ਆਉਣਗੇ? ਦੁੱਖ ਆਉਣਗੇ। ਦੁੱਖ ਗੁਰੂ ਤੇਗ ਬਹਾਦਰ ਨੂੰ ਆਇਆ, ਪਰ ਦੁੱਖ ਨੂੰ ਦੁੱਖ ਕਰਕੇ ਨਹੀਂ ਜਾਣਾ। ਸਬਦੀ ਤਵੀ ਕੋਈ ਛੋਟਾ ਦੁੱਖ ਹੈ, ਬਹੁਤ ਵੱਡਾ ਦੁੱਖ ਹੈ, ਪਰ ਤਤੀ ਤਵੀ ਨੂੰ ਦੁੱਖ ਨਹੀਂ ਬਣੇਗਾ। ਕੀ ਹੁੰਦਾ ਹੈ ਪਿਆਰੇ? ਇਹ ਸਿਆਣਪ ਨਹੀਂ ਹੈ, ਇਹ ਸਿਆਣਪ ਤੋਂ ਬਹੁਤ ਸੋਧੀ ਹੋਈ ਅਵਸਥਾ ਹੈ। ਉਸ ਅਵਸਥਾ ਦੇ ਵਿੱਚ ਪਿਆਰਿਓ, ਦੁੱਖ ਮਾਰ ਨਹੀਂ ਕਰ ਸਕਦਾ, ਦੁੱਖ ਸੁਕਾ ਨਹੀਂ ਸਕਦਾ, ਤੇ ਖੁਸ਼ੀ ਬੋਰਾ ਨਹੀਂ ਕਰ ਸਕਦੀ। ਪਰ ਅਸੀਂ ਦੁੱਖ ਵੇਲੇ ਚੀਕਾਂ ਮਾਰਦੇ ਆ ਤੇ ਸੁੱਖ ਵੇਲੇ ਲੁੱਡੀਆਂ ਪਾਉਂਦੇ ਆ। ਕਹਿਣਾ ਪਿਆ, ਮਾਟੀ ਕਾ ਪੁੱਤਰਾ ਕੈਸੇ ਨਚਤ ਹੈ, ਦੇਖੈ ਸੁਨੈ ਬੋਲੇ, ਦੌਰੇ ਕਰਤ ਹੈ, ਜਬ ਕਿਛ ਪਾਵੇ ਗਰਭ ਕਰਤ ਹੈ, ਮਾਇਆ ਕੀ ਤਬ ਰੋਵਨ ਲੱਗਤ ਹੈ। ਅਸੀਂ ਰੋਂਦੇ ਆ, ਪਿਓ ਵਿਛੜ ਗਿਆ, ਅਸੀਂ ਰੋਂਦੇ ਆ, ਮਾਂ ਵਿਛੜ ਗਈ, ਅਸੀਂ ਵਿਰਲਾਪ ਕਰਦੇ ਆ। ਤੇ ਜੇ ਘਰ ਦਾਤ ਮਿਲ ਜਾਏ ਪੁੱਤਰ ਦੀ, ਕਹਿੰਦੇ ਲਿਆਓ ਡੀਜੇ, ਸਾਰੇ ਪਿੰਡ ਨੂੰ ਸੌਣ ਡੀਜੇ ਦੇਣਾ। ਕਿਹੋ ਜਿਹੇ ਕਰਮ ਕਰਦੇ ਆ, ਲੁੱਡੀਆਂ ਪਾਉਂਦੇ ਆ, ਨੱਚਦੇ ਟੱਪਦੇ ਆ। ਇਹ ਸਾਰੀ ਖੇਡ ਕਾਦਰ ਦੀ, ਕੁਦਰਤੀ ਮਾਇਆ ਦੀ ਹੈ। ਸੋ ਪਿਆਰਿਓ, ਇਹ ਦਰ ਐਸਾ ਜਿੱਥੇ ਨਿਵਾਣਿਆਂ ਨੂੰ ਨਿਵਾਣ ਮਿਲਦਾ, ਤਾਣਿਆਂ ਨੂੰ ਤਾਣ ਮਿਲਦਾ। ਆਓ ਗੁਰੂ ਕੇ ਪਿਆਰਿਓ, ਕਲ ਯੁੱਗ ਦੇ ਅੰਦਰ ਗੁਣ ਗਾਉਣ ਦੇ ਨਾਲ, ਬਾਣੀ ਨਾਲ ਪ੍ਰੀਤ ਕਰਨ ਦੇ ਨਾਲ ਤੁਸੀਂ ਉਸ ਅਕਾਲ ਪੁਰਖ ਦੇ ਪਿਆਰੇ ਬਣ ਜਾਓਗੇ। ਤੇ ਪਿਆਰੇ ਬਣ ਕੇ ਹਾਸਲ ਕੀ ਹੋਏਗਾ? ਆਓ ਸਰਵਣ ਕਰੀਏ ਜੀ।
ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸ ਗੁਣ ਗਾਵਾਂ ਨਿਤ ਤੇਰੇ ਤੁਝ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਤੁਝ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ 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 ਤੁਧ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਤੁਝ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ ਜੋ ਮਨ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸ। ਸੰਗਤ ਜੀ ਦੋ ਸ਼ਬਦ ਕਹਿ ਕੇ ਫਿਰ ਮੈਂ ਅਗਲੀ ਜਿਹੜੀ ਬੇਨਤੀ ਹੈ ਉਹ ਆਪਣੇ ਦੇ ਸਨਮੁਖ ਰੱਖਾਂ। ਜੋ ਤੁਧ ਭਾਵੈ ਸੋਈ ਚੰਗਾ, ਤਵੱਜੋ ਫਰਮਾਣਾ ਕਿ ਇਹ ਕਾਲਪੁਰਖ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਮੈਨੂੰ ਚੰਗਾ ਲੱਗਦਾ ਹੈ। ਹੁਣ ਦੇਖੋ ਤੇਰਾ ਲੇਖਾ ਜੋਖਾ ਕਰਿਓ, ਗੁੱਸਾ ਵੀ ਨਾ ਕਰ ਜਾਏ। ਸਾਨੂੰ ਕਿਸੇ ਨੂੰ ਔਰਤ ਕਿਸੇ ਨੂੰ ਮਰਦ ਬਣਾਇਆ, ਜਿਹੜਾ ਮਰਦ ਹੈ ਨਾ ਉਹਦਾ ਇੱਕ ਸਰੂਪ ਹੈ, ਉਹਦੇ ਇੱਦਾਂ ਮੁੱਖ ਤੇ ਕੇਸ ਹੁੰਦੇ ਤੇ ਸੀਸ ਤੇ ਵੀ ਕੇਸ ਹੁੰਦੇ। ਜੋ ਤੁਧ ਭਾਵੇਂ ਸੋਈ ਚੰਗਾ, ਜਿਹੜਾ ਤੈਨੂੰ ਚੰਗਾ ਲੱਗਦਾ ਤੂੰ ਉਹ ਕਰ। ਰੱਬ ਨੂੰ ਚੰਗਾ ਲੱਗਿਆ ਉਹਨੇ ਮਰਦ ਦੇ ਕੇ ਤਾਂ ਕੇਸ ਵਾਲ ਤੋਂ ਦਿੱਤੇ, ਪਰ ਬੰਦਾ ਕਹਿੰਦਾ ਹੈ ਰੱਬਾ ਤੈਨੂੰ ਤਾਂ ਥੋੜੀ ਹੈ, ਚੱਲ ਤੈਨੂੰ ਮੈਂ ਦੱਸਾਂ, ਤੈਨੂੰ ਨਹੀਂ ਸੋਹਣਾ ਬੰਦਾ ਬਣਾਉਣਾ ਆਇਆ, ਚੱਲ ਤੈਨੂੰ ਨਾਈ ਕੋਲ ਲੈ ਕੇ 10-20 ਰੁਪਈਆ ਵਿੱਚ ਸੋਹਣਾ ਬੰਦਾ ਬਣਾ ਦਿੰਦਾ। ਤੇਰਾ ਬਣਾਇਆ ਬੰਦਾ ਨਹੀਂ ਚੰਗਾ ਲੱਗਦਾ, ਚੱਲ ਤੈਨੂੰ ਨਾਈ ਤੇ ਲੈ ਕੇ ਚਲਾ। ਉਹ 20 ਰੁਪਈਏ ਲੈਂਦਾ ਹੈ ਤੇ ਸਰੀਰ ਨੂੰ ਸਾਡੇ ਮੋਹ ਨੂੰ ਕੋਈ ਤਾਂ ਸਾਫ਼ ਕਰਕੇ ਸਾਨੂੰ ਸੋਹਣਾ ਬਣਾ ਦਿੰਦਾ। ਇਹਦਾ ਕੀ ਭਾਵ ਹੋਇਆ? ਕੁਦਰਤ ਨਾਲ ਰੋਜ਼ ਆਪਾਂ ਲੜਦੇ ਹਾਂ, ਸਵੇਰੇ ਉੱਠ ਕੇ ਲੜਦੇ ਹਾਂ, ਮੈਂ ਵੀ ਕਦੇ ਲੜਦਾ ਸੀ। ਸੰਗਤ ਜੀ ਜਿਹੜੀ ਆਪਣੇ ਨਾਲ ਬੀਤੀ ਹੋਵੇ ਉਹ ਗੱਲ ਜ਼ਿਆਦਾ ਪਾਏਦਾਰ ਦੱਸ ਸਕਦੇ ਹਾਂ। ਕਿਸੇ ਦੱਸਦਾ ਵੀ ਜਿੱਦਾਂ ਕਿਰਤ ਤੇ ਜਾਣਾ, ਰੋਜ਼ ਸਵੇਰੇ ਉੱਠ ਕੇ ਆਪਣੇ ਕੇਸ ਸਾਫ਼ ਕਰਨੇ ਤੇ ਚਲਾ ਜਾਣਾ। ਇੱਕ ਦਿਨ ਖਿਆਲ ਆਇਆ ਮਨਾ, ਇਹ ਚਿਹਰਾ ਜਿਹੜਾ ਰੋਜ਼ ਚਿਕਨਾ ਚੋਪੜਾ ਬਣਾਉਂਦਾ ਹੈ ਇਹ ਕਿਹਨੂੰ ਵਿਖਾਣਾ ਹੈ, ਇਹ ਕਿਹਨੂੰ ਪ੍ਰਭਾਵਿਤ ਕਰਨਾ ਹੈ? ਕਿਉਂ ਤੂੰ ਰੱਬ ਦੀ ਦਿੱਤੀ ਨਿਆਮਤ ਵਿੱਚ ਕਿਉਂ ਰੋਜ਼ ਲੜਦਾ ਹੈ, ਕਿਉਂ ਰੋਜ਼ ਝਗੜਾ ਕਰਦਾ ਹੈ? ਆਖਰ ਸਭ ਤੇ ਕੀ ਕਰਨਾ ਹੈ? ਇੱਧਰ ਗੁਰੂ ਪਾਤਸ਼ਾਹ ਕਹਿੰਦੇ ਕਿ ਅਕਾਲ ਪੁਰਖ ਜੋ ਤੈਨੂੰ ਚੰਗਾ ਲੱਗਦਾ ਉਹ ਮੈਨੂੰ ਚੰਗਾ ਲੱਗਦਾ। ਸਾਨੂੰ ਤਾਂ ਇਹੀ ਚੰਗਾ ਨਹੀਂ ਲੱਗਦਾ ਕਿ ਸਾਡੇ ਚਿਹਰੇ ਤੇ ਕਿਦਾਂ ਕੇਸ ਗੁਣ, ਸਾਡੇ ਸਿਰ ਤੇ ਦਸਤਾਰ ਹੋਵੇ, ਸਾਨੂੰ ਇਹ ਨਹੀਂ ਚੰਗਾ ਲੱਗਦਾ। ਪਰ ਧੰਨ ਗੁਰੂ ਰਵਿਦਾਸ ਪਾਤਸ਼ਾਹ ਕਹਿੰਦੇ ਬਾਂਕੇ ਬਾਲ ਪਾਕ ਸਿਰ ਤੇਰੀ, ਕਿ ਸੋਹਣੇ ਘੁੰਗਰਾਲੇ ਵਾਲ ਨੇ ਪਰ ਸਿਰ ਤੇ ਟੇਢੀ ਪੱਗ ਵੀ ਹੈ। ਇਹ ਸਾਡਾ ਤਾਜ ਹੈ। ਇਹ ਪੱਗ ਚਮਕੌਰ ਦੀ ਗੜੀ ਵਿੱਚ ਮੁਫਤ ਨਹੀਂ ਮਿਲੀ, ਮੁੱਲ ਚੁਕਾਉਣਾ ਪਿਆ। ਬਾਬਾ ਸੰਗਤ ਸਿੰਘ ਜੀ ਇਹ 1.25 ਲੱਖ ਦੀ ਤਲਗੀ ਲਾਈ ਗਈ ਸੀ ਤੇ ਕੋਟਾ ਫਿਰ ਕਟਵਾਇਆ ਗਿਆ। ਤੇ ਪਿਆਰਿਓ ਜੇ ਇਹ ਪੱਗ ਬਚਾਈਏ ਤਾਂ ਸਾਡਾ ਹੀ ਪੱਖਾ ਸੀ। ਬਾਬਾ ਜੈ ਸਿੰਘ ਖਲਕਟ ਉਲਟੀ ਕਰਕੇ ਖਲ ਲਾ ਦਿੱਤੀ ਗਈ ਕਿ ਸਰਦਾਰੀ, ਇਹ ਪਗੜੀ, ਇਹ ਦਸਤਾਰ ਤੇ ਐਵੇਂ ਮੁਫਤ ਮਿਲ ਗਈ। ਇਹਦੇ ਲਈ ਕੁਰਬਾਨੀ ਕਰਨੀ ਪਈ। ਇਹਦੇ ਲਈ ਸਾਡੀ ਪੀੜ੍ਹੀਆਂ ਨੇ ਆਪਣਾ ਖੂਨ ਡੋਲੇ, ਆਪਣੇ ਸੀਸ ਕਟਾਏ ਨੇ ਤੇ ਪਿਆਰਿਓ ਤਾਂ ਜਾ ਕੇ ਸਾਨੂੰ ਇਹ ਪ੍ਰਾਪਤ ਹੋਇਆ।
ਸੋ ਪਿਆਰਿਓ ਰੱਬ ਨੂੰ ਇਹ ਪਾਉਂਦਾ ਏ ਕਿ ਮਰਦ ਇਸ ਤਰ੍ਹਾਂ ਸਾਬਤ ਸੂਰਤ ਹੋਵੇ ਤੇ ਮੇਰੀਆਂ ਭੈਣਾਂ ਵੀ ਕੱਟ ਦਈਏ, ਭੈਣਾਂ ਵੀ ਕੱਟ ਦਈਏ। ਤੁਹਾਡੇ ਵਾਸ਼ਰੂਮਾਂ ਦੇ ਵਿੱਚ 18 ਸ਼ੀਸ਼ੀਆਂ ਨੇ, ਪਤਾ ਨਹੀਂ ਲੱਗਦਾ ਕਿ ਕਿਹੜੀ ਪਿੰਡੇ ਤੇ ਲਾਉਣ ਵਾਲੀ ਹੈ, ਕਿਹੜੇ ਵਾਲਾਂ ਤੇ ਲਾਉਣ ਵਾਲੀ ਹੈ। ਵਾਲਾਂ ਤੇ ਲਾਉਣ ਵਾਲਾ ਸ਼ੈਂਪੂ ਅੱਡ, ਕੰਡੀਸ਼ਨਰ ਅੱਡ, ਤੇ ਵਾਲਾਂ ਨੂੰ ਚਮਕਾਉਣ ਲਈ ਅੱਡ, ਫੇਸ ਤੇ ਲਾਉਣ ਲਈ ਅੱਡ, ਬੁੱਲਾਂ ਤੇ ਲਾਉਣ ਲਈ ਅੱਡ, ਮੱਥੇ ਤੇ ਲਾਉਣ ਲਈ ਅੱਡ, ਨਹੁੰਾਂ ਤੇ ਲਾਉਣ ਲਈ ਅੱਡ, ਪੈਰਾਂ ਤੇ ਲਾਉਣ ਲਈ ਅੱਡ, ਬਾਹਰ ਨਿਕਲਣਾ ਧੁੱਪ ਦੇ ਬਚਣ ਲਈ ਅੱਡ। ਇੰਨੇ ਸੌਂਦਰਯ ਪ੍ਰਸਾਧਨ ਇਹ ਕਿੱਥੋਂ ਆ ਗਏ ਪਿਆਰਿਓ? ਯਾਦ ਰੱਖਿਓ ਇਹ ਸਾਰੀ ਕਿਰਪਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਹੈ। ਉਹ ਨਾ ਕਲਮ ਚਲਾਉਂਦੇ, ਨਾ ਇਤਿਹਾਸ ਲਿਖਦੇ, ਪਿਆਰਿਓ ਇਹ ਗੰਜ ਦੇ ਟੁਕੜੇ ਸਾਡੇ ਸਿਰ ਤੇ ਅੱਜ ਵੀ ਵਿਰਾਜਮਾਨ ਹੋਣੇ ਸੀ। ਬਲਿਹਾਰੇ ਜਾਈਏ ਉਸ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਤੋਂ, ਉਹਨਾਂ ਨੇ ਸਾਡੇ ਲਈ ਸਾਰਾ ਜੀਵਨ ਲੇਖੇ ਲਾਇਆ, ਸਾਰਾ ਜੀਵਨ ਲੇਖੇ ਲਾਇਆ, ਤੇ ਅਸੀਂ ਉਸ ਲੇਖੇ ਲਾਈ ਹੋਈ ਪੂੰਜੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੇ। ਅਸੀਂ ਐਡੇ ਨਲਾਇਕ ਲੋਕ ਆ। ਬਸ ਗੁਰਪੁਰਬ ਆ ਜਾਂਦਾ ਹੈ, ਚੂਨੇ ਅਸੀਂ ਪਾ ਲਈਦੇ, ਡੀਜੇ ਅਸੀਂ ਲਾ ਲਈਦੇ, ਨਾਰੇ ਅਸੀਂ ਸਾਨੂੰ ਬਹੁਤ ਸੋਹਣੇ ਲਾਣੇ ਆਉਂਦੇ ਨੇ। ਜੈ ਰਵਿਦਾਸ ਗਲੀ ਗਲੀ ਚੋਂ ਆਈ ਆਵਾਜ਼, ਜੈ ਰਵਿਦਾਸ ਜੈ ਰਵਿਦਾਸ, ਇਹ ਨਾਰੇ ਜਕਾਰੇ ਸਾਡੇ ਕੋਲ ਬਹੁਤ ਨੇ। ਮਾਫ ਕਰਨਾ, ਮੇਰੀ ਭੈਣ ਆਈ, ਕਹਿੰਦੀ ਬਾਬਾ ਜੀ ਸਾਡੇ ਗੁਰਪੁਰਬ ਨਹੀਂ ਇਸ ਵਾਰ ਮਨਾਉਣਾ। ਮੈਂ ਕਿਹਾ ਕੀ ਹੋਇਆ? ਕਹਿੰਦੀ ਝਗੜਾ ਹੋ ਗਿਆ। ਮੈਂ ਕੀ ਹੋਇਆ? ਕਹਿੰਦੇ ਬਸ ਬਾਬਾ ਜੀ ਝਗੜਾ ਕੀ ਸੀ, ਸਾਰਾ ਸਮਾਪਤੀ ਹੋ ਗਿਆ, ਖੀਰ ਦਾ ਲੰਗਰ ਵਧ ਗਿਆ। ਇੱਕ ਨੂੰ ਕਿਹਾ ਤੂੰ ਸਾਰੇ ਇਹਨਾਂ ਪਿੰਡ ਆ ਰਹੇ ਆ ਕਿ ਸੰਗਤਾਂ ਨੂੰ ਕੱਢ ਦੇ। ਬਸ ਕਹਿੰਦਾ ਜੀ ਇੱਕ ਨੂੰ ਉਹਨੇ ਡੋਲੀ ਭਰ ਦਿੱਤੀ ਤੇ ਦੂਜੇ ਨੂੰ 2 ਕੜਛੀਆਂ ਪਾਈਆਂ, ਉਹ ਲੜ ਪਿਆ, ਉਹਨੇ ਡੋਲੀ ਮਾਰੀ ਉਹਦੇ ਸਿਰ 'ਚ, ਉਹਦਾ ਸਿਰ ਪੱਟ ਗਿਆ। 300 ਕਿੰਨਾ 26 ਕੇ 27 ਦਾ ਪਰਚਾ ਦਰਜ ਹੋ ਗਿਆ। ਲਓ ਮਸਾਣਾ ਬੇਗਮਪੁਰਾ ਲਾਣੇ ਚਕਾਰੇ ਤੇ ਲੜਨਾ ਲੰਗਰ ਪਿੱਛੇ, ਇਹ ਸਾਡਾ ਰਿਪੋਰਟ ਕਾਰਡ ਹੈ। ਸਿੱਖ ਅਸੀਂ ਗੁਰੂ ਦੇ, ਪੀਣੀਆਂ ਅਸੀਂ ਭੰਗਾਂ। ਮਾਫ ਕਰਨਾ, 22,000 ਕਰੋੜ ਰੁਪਏ ਦਾ ਅਸੀਂ ਤੰਬਾਕੂ ਪੀਂਦੇ ਹਾਂ ਭਾਰਤ ਵਾਲੇ ਲੋਕ ਇੱਕ ਸਾਲ ਦਾ। ਇਹ ਸਾਡਾ ਰਿਪੋਰਟ ਕਾਰਡ ਹੈ। ਤੇ ਕਹਿਣ ਨੂੰ ਅਸੀਂ ਸਿੱਖ ਹਾਂ ਗੁਰੂ ਰਵਿਦਾਸ ਦੇ, ਤੇ ਉਹ ਜਿਹੜਾ ਗੁਰੂ ਰਵਿਦਾਸ ਉਹ ਰੱਬ ਹੈ। ਤੇ ਪਾਤਸ਼ਾਹ ਕਹਿੰਦੇ ਸੁਰਸੁਰੀ ਸਲਲ ਕ੍ਰਿਤ ਬਰੁਨੀ ਰੇ ਸੰਤ ਜਾਨੇ ਕਰਕੇ ਪਾਨਨ। ਬਾਪੂ ਸਾਨੂੰ ਇਹ ਕਹਿ ਗਿਆ ਸੀ ਕਿ ਐ ਭੋਲਿਓ, ਐ ਭਲਿਓ, ਸ਼ਰਾਬ ਚਾਹੇ ਗੰਗਾ ਜਲ ਵਿੱਚ ਪਾਈ ਹੋਵੇ, ਚਾਹੇ ਗੰਗਾ ਜਲ ਵਿੱਚ ਸ਼ਰਾਬ ਹੋਵੇ, ਤੁਸੀਂ ਸੇਵਾ ਨਾ ਕਰਿਓ। ਦੁੱਖ ਦੀ ਗੱਲ, ਸਾਡਾ ਵੀਰ ਮਜ਼ਦੂਰ ਟੁੱਟਿਆ ਜਿਹਾ ਸਾਈਕਲ ਹੁੰਦਾ, ਚੂ ਚੂ ਕਰਦਾ, ਉਹ ਠੇਕੇ ਦੇ ਮੂਹਰੇ ਰੁਕਦਾ, ਦਿਨ 350-400 ਰੁਪਇਆ ਕਮਾਉਂਦਾ, 200 ਦੀ ਪੀ ਲੈਂਦਾ, ਘਰ ਜਾ ਕੇ ਬੱਚਿਆਂ ਨੂੰ ਕੁੱਟਦਾ, ਫੇਟਦਾ, ਨੋਚਦਾ, ਕਸੋਟਦਾ, ਸੌ ਜਾਂਦਾ। ਸਵੇਰੇ ਉੱਠ ਕੇ ਕਹਿੰਦਾ ਸਾਰੇ ਕਰ ਲਓ ਏਕਾ ਬੇਗਮਪੁਰਾ ਬਸਾਣਾ। ਇਹ ਸਮਝ ਵੀ ਪੈਂਦੀ ਗੱਲ ਕਿ ਬੇਗਮਪੁਰਾ ਕੀ ਹੈ। ਮਾਫ ਕਰਨਾ, ਨਸ਼ੇੜੀ ਕਦੇ ਬੇਗਮਪੁਰੇ ਦਾ ਸੰਕਲਪ ਨਹੀਂ ਕਰ ਸਕਦੇ। ਇੱਕ ਸਮਰਿੱਧ ਤੇ ਇੱਕ ਗੁਰੂ ਨੂੰ ਮੰਨਣ ਵਾਲਾ ਸਿੱਖ ਬੇਗਮਪੁਰਾ ਬਸਾ ਸਕਦਾ ਹੈ। ਸੋ ਪਿਆਰਿਓ, ਵਧਾਈ ਦੇ ਪਾਤਰੋ, ਅੱਜ ਲਾਇਨਸ ਕਲੱਬ ਹੁਸ਼ਿਆਰਪੁਰ ਨੇ ਉਪਰਾਲਾ ਕੀਤਾ। ਇਹਨਾਂ ਦੇ ਨਾਲ ਮੈਂ ਵਧਾਈ ਦੇਣਾ ਚਾਹਾਂਗਾ ਕੁਲਵੰਤ ਪੁੰਨੋ ਜੀ, ਜਿਨ੍ਹਾਂ ਨੇ ਮਿਹਨਤ ਕੀਤੀ। ਤੇ ਪਿਆਰਿਓ, ਬਲੱਡ ਡੋਨੇਟ ਕੈਂਪ ਰੌਣਗੜ੍ਹ ਦੀ ਧਰਤੀ ਤੇ ਲੱਗਿਆ। ਸੋ ਵਧਾਈ ਦੇ ਪਾਤਰ ਨੇ ਸਾਡੇ ਦਰਮਿਆਨ ਡਾਕਟਰ ਵੀ ਨੇ, ਸਮਾਜ ਸੇਵੀ ਨੇ। ਕਿ ਪਿਆਰਿਓ, ਸੰਤ ਵੀ ਆਪਾਂ ਕਹਿ ਲਈਏ ਤਾਂ ਅੰਗਰੇਜ਼ ਨਹੀਂ। ਸੰਤ ਹੋਰ ਕੀ ਹੁੰਦਾ? ਸੰਤ ਹੁੰਦਾ ਜਿਹੜਾ ਗੁਰਬਾਣੀ ਨੂੰ ਮੰਨੇ, ਆਪਣੀ ਆਪ ਨੂੰ ਗੁਰਬਾਣੀ ਦੇ ਤਰਜਮੇ ਤੇ ਜ਼ਿੰਦਗੀ ਨੂੰ ਬਸਰ ਕਰੇ। ਇੱਕ ਗੱਲ ਭੁਲੇਖਾ ਨਾ ਖਾ ਜਾਓ, ਕਿਤੇ ਪੈਂਟ ਕਮੀਜ਼ ਪਾਈ ਕਿਤੇ ਬੰਦਾ ਪਤਾ ਨਹੀਂ ਕੀ ਹੈ। ਨਾ, ਇਹ ਮਨ ਡਾਕਟਰ ਹੁੰਦਾ। ਜਿੱਦਾਂ ਨਾ ਅੰਦਾ ਬੰਦੇ ਦਾ ਪੈਂਟ ਕਮੀਜ਼ ਤਾਂ ਹਰੇਕ ਪਾਈ ਫਿਰਦਾ, ਟਾਈ ਹਰੇਕ ਲਾਈ ਫਿਰਦਾ। ਜਿਹੜੀ ਬੁੱਧ ਹੈ ਉਹ ਡਾਕਟਰ ਹੈ ਨਾ, ਉਹ ਬੁੱਧ ਕੰਮ ਕਰਦੀ ਮਰੀਜ਼ ਨੂੰ ਕੀ ਨੁਕਸ ਹੈ, ਇਹਦਾ ਕਿਵੇਂ ਇਲਾਜ ਹੋਣਾ। ਐਵੇਂ ਯਾਦ ਰੱਖਿਓ, ਸੰਤ ਕਦੇ ਤਨ ਨਹੀਂ ਹੁੰਦਾ, ਕਦੇ ਭੇਖ ਸੰਤ ਨਹੀਂ ਹੁੰਦਾ। ਇਹ ਕੱਪੜੇ ਸੰਤ ਨਹੀਂ ਹਨ, ਅੰਦਰ ਜੋ ਮਨ ਦੀ ਅਵਸਥਾ ਹੈ ਉਹ ਸੰਤ ਹੋਇਆ ਕਰਦੀ। ਸੋ ਜੇ ਮੈਂ ਗਲਤ ਨਾ ਹੋਵਾਂ ਤਾਂ ਮਹਾਂਪੁਰਸ਼ ਕਹਿ ਲਵਾਂ, ਸੰਤ ਕਹਿ ਲਵਾਂ, ਗੁਰਸਿੱਖ ਕਹਿ ਲਵਾਂ। ਤੇ ਡਾਕਟਰ DHO ਦਾ ਇਹਨਾਂ ਕੋਲ ਖਿਤਾਬ ਹੈ ਤੇ ਡਾਕਟਰ ਲਖਵੀਰ ਸਿੰਘ ਜੀ ਨੂੰ ਸਨਮਾਨਿਤ ਕੀਤਾ ਜਾਣਾ ਹੈ ਲਾਇਨਸ ਕਲੱਬ ਵੱਲੋਂ।
ਸੋ ਲਾਇਨਸ ਕਲੱਬ ਵਾਲੇ ਵੀਰ ਡਾਕਟਰ ਲਖਵੀਰ ਜੀ ਨੂੰ ਸਨਮਾਨਿਤ ਕਰ ਦੇਣ ਤੇ ਸੰਗਤਾਂ ਨੂੰ ਨਾਲ ਬੇਨਤੀਆਂ ਪਿਆਰਿਓ ਕਾਰ ਸੇਵਾਵਾਂ ਦੇ ਵਿੱਚ ਯੋਗਦਾਨ ਪਾਓ। ਸੋ ਲਾਇਨਸ ਕਲੱਬ ਵਾਲੇ ਡਾਕਟਰ ਲਖਵੀਰ ਜੀ ਨੂੰ ਸਨਮਾਨਿਤ ਕਰਨਗੇ। ਸੋ ਤੁਸੀਂ ਭਾਈ ਸਨਮਾਨਿਤ ਕਰੋ, ਕੋਈ ਗੱਲ ਨਹੀਂ ਭਾਈ, ਮੈਂ ਨਾਲ ਹੀ ਹਾਂ ਤੁਹਾਡੇ, ਕਰੋ ਤੁਸੀਂ, ਵਧਾਈ ਦੇ ਪਾਤਰ ਹੋ ਤੁਸੀਂ, ਤੁਹਾਨੂੰ ਬਹੁਤ ਵਧਾਈ ਹੈ। ਚਲੋ ਮੈਂ ਵੀ ਆ ਜਾਂਦਾ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ। ਸੋ ਪਿਆਰਿਓ ਕਾਰ ਸੇਵਾਵਾਂ ਚੱਲ ਰਹੀਆਂ ਨੇ ਗੁਰੂ ਦੀਆਂ, ਥੋੜੇ ਤੋਂ ਥੋੜਾ, ਬਹੁਤੇ ਤੋਂ ਬਹੁਤਾ, ਬੰਦਸ਼ ਕਿਸੇ ਨੂੰ ਕੋਈ ਨਹੀਂ ਹੈ। ਸੋ ਮਾਛੀਵਾੜੇ ਦੀਆਂ ਸੰਗਤਾਂ ਆਈਆਂ ਨੇ, ਭਾਈ ਜੀ ਆਇਆ, ਇਹ ਮਾਛੀਵਾੜੇ ਵੀਰ ਜਿੰਨੇ ਵੀ ਆਉਂਦੇ ਨੇ ਨਾ, ਬਾਬਾ ਸੇਵਾ ਸਿੰਘ ਜੀ ਤੇ ਠੇਕੇਦਾਰ ਬਲਜੀਤ ਸਿੰਘ ਜੀ, ਚਰਨਜੀਤ ਸਿੰਘ ਜੀ ਤੇ ਸਾਡੇ ਮਿਸਤਰੀ ਸਾਹਿਬ, ਮੈਂ ਨਾਂ ਕੇਵਲ ਵਿਸਰ ਜਾਂਦਾ। ਪਿਆਰਿਓ ਮਾਛੀਵਾੜੇ ਦੇ ਸੇਵਾਦਾਰ ਨੇ ਨਾ ਜਿਹੜੇ, ਆਜ਼ਾਦ ਰੱਖਿਓ ਗੱਲ, ਹਰੇਕ ਹਫ਼ਤੇ ਆਉਂਦੇ ਨੇ ਗੱਡੀ ਲੈ ਕੇ, ਸਾਡੇ ਚ ਮਿਸਤਰੀ ਸਾਹਿਬ ਬੈਠੇ ਨੇ, ਹਰੇਕ ਹਫ਼ਤੇ ਮਾਛੀਵਾੜੇ ਤੋਂ 25-30 ਜਣੇ ਸਵਾਰ ਹੋ ਕੇ ਸਵੇਰੇ ਆਉਂਦੇ ਨੇ ਤੇ ਸ਼ਾਮ ਤੱਕ ਗੁਰੂ ਦੀ ਕਾਰ ਸੇਵਾ ਕਰਦੇ ਨੇ ਤੇ ਵਾਪਸ ਚਲੇ ਜਾਂਦੇ ਨੇ। ਇੱਦਾਂ ਦੇ ਸੇਵਾਦਾਰਾਂ ਦੇ ਚਰਨਾਂ ਤੇ ਪੂਰ ਪ੍ਰਣਾਮ ਹੈ, ਜਿਹੜੇ ਗੁਰੂ ਦੀ ਕਾਰ ਸੇਵਾ ਤਨ ਨਾਲ ਮਨ ਨਾਲ ਕਰਦੇ ਨੇ। ਪਾਤਸ਼ਾਹ ਕਿਰਪਾ ਕਰਨ, ਹਰ ਬੰਦਾ ਨੂੰ ਬੁੱਢੇ ਬਖਸ਼ਿਸ਼ ਕਰਨ ਤੇ ਸਾਰੀ ਕਾਰ ਸੇਵਾ ਡਾਕਟਰ ਕੁਲਵੰਤ ਸਿੰਘ ਚੇਅਰਮੈਨ ਉਹਨਾਂ ਦੀ ਯੋਗ ਅਗਵਾਈ ਹੇਠ ਚੱਲ ਰਹੀ ਹੈ। ਆਓ ਸਾਰੇ ਰਲ ਮਿਲ ਕਰਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਜੀ। ਆਓ ਡਾਕਟਰ ਲਖਵੀਰ ਸਿੰਘ ਜੀ ਨੂੰ ਲਾਇਨਸ ਕਲੱਬ ਨੂੰ ਸਨਮਾਨਿਤ ਕਰਨਾ ਕਰੀਏ। ਸੰਗਤ ਨੂੰ ਬੇਨਤੀ ਹੈ ਭਾਈ ਸਜੇ ਰਹੋ, 1 ਮਿੰਟ ਆਪ ਜੀਆਂ ਦਾ, ਆਪ ਜੀ ਤੋਂ ਰਜਾ ਲੈਂਦੇ ਹਾਂ, ਸਿਰਫ 1 ਮਿੰਟ ਸਨਮਾਨ ਚਿੰਨ ਦੇਣ ਤੋਂ ਬਾਅਦ ਫਿਰ ਆਪ ਜੀ ਦੀ ਸੇਵਾ 'ਚ ਹਾਜ਼ਰਾਂ। ਸੋ ਸਜੇ ਰਹਿਣਾ ਸਾਰਿਆਂ ਸੰਗਤਾਂ, ਧੰਨਵਾਦ। बोले सो देखी लाइव वाला ਸਤਿਕਾਰ ਸਨਮਾਨ ਦੇ ਦੇ ਕਰਕੇ ਲਾਇਨਸ ਕਲੱਬ ਨੇ ਕੀਤਾ ਹੈ। ਧੰਨਵਾਦ ਕਰਦੇ ਹਾਂ ਡਾਕਟਰ ਲਖਵੀਰ ਸਿੰਘ ਜੀ ਦਾ, ਧੰਨਵਾਦ ਲਾਇਨਸ ਕਲੱਬ ਦੇ ਜੋ ਪ੍ਰਧਾਨ ਨੇ ਇੰਜੀਨੀਅਰ SP ਜੱਖੂ ਜੀ, ਧੰਨਵਾਦ ਹੈ ਇਹਨਾਂ ਦਾ।
ਤੇ ਲਾਇਨਸ ਕਲੱਬ ਵੱਲੋਂ ਹੀ ਅਜੀਤ ਸਿੰਘ PRO, ਗੌਰਵ ਗੋਰਾ ਬਲੱਡ ਬੈਂਕ ਤੋਂ, ਅਮਰੀਕ ਸਿੰਘ ਮੀਕਾ, ਦੀਪਾ ਅਰੀਲਾ ਇਹ ਆਏ ਨੇ, ਧੰਨਵਾਦ ਹੈ, ਜਿਵਾਇਆ ਹੈ। ਔਰ ਲਾਇਨਸ ਕਲੱਬ ਦੀ ਟੀਮ ਨੂੰ ਬੇਨਤੀ ਹੈ ਬਲੱਡ ਜੋ ਇਕੱਤਰਤ ਕਰਨ ਲਈ ਸਤਨਾਮ ਬਲੱਡ ਬੈਂਕ ਤੋਂ ਕਰਮਚਾਰੀ ਆਏ ਨੇ, ਨਿਮਰਤਾ ਸਹਿਤ ਬੇਨਤੀ ਹੈ ਕਿ ਕਿਸੇ ਨੇ ਵੀ ਗੁਰੂ ਘਰ ਦੀ ਬਖਸ਼ਿਸ਼ ਸਰੋਪਾਓ ਲੈ ਤੋਂ ਬਿਨਾਂ ਨਹੀਂ ਜਾਣਾ। ਸੋ ਅਤੀ ਧੰਨਵਾਦ ਜੱਕੂ ਸਾਹਿਬ ਜੀ ਦਾ, ਜਿਨ੍ਹਾਂ ਨੇ ਉਦਮ ਉਪਰਾਲਾ ਕਰਕੇ ਗੁਰੂ ਘਰ ਵਿਖੇ ਇਹ ਬਲੱਡ ਖੂਨਦਾਨ ਕੈਂਪ ਜਿਹਨੂੰ ਕਹਿੰਦੇ ਆਪਾਂ ਪੰਜਾਬੀ 'ਚ ਇਹ ਲਗਵਾਇਆ ਹੈ। ਸੋ ਇਹਦੇ ਨਾਲ ਕਿੰਨੇ ਲੋੜਵੰਦਾਂ ਦੀ ਜਿਹੜੀ ਜਾਨ ਬਚਣੀ ਹੈ। ਸੋ ਇੱਕ ਵਾਰ ਫਿਰ ਤੋਂ ਲਾਇਨਸ ਕਲੱਬ ਦੇ ਪ੍ਰਧਾਨ ਜੱਕੂ ਸਾਹਿਬ ਦਾ ਧੰਨਵਾਦ ਹੈ। ਪ੍ਰਬੰਧਕ ਕਮੇਟੀ ਵੱਲੋਂ ਸ਼ੁਕਰੀਆ ਅਦਾ ਹੈ। ਪਾਤਸ਼ਾਹ ਕਿਰਪਾ ਕਰਨ, ਹਰ ਮੈਦਾਨੇ ਫਤਿਹ ਬਖਸ਼ ਕਰਨ, ਚੜ੍ਹਦੀਆਂ ਕਲਾਂ ਬਖਸ਼ ਕਰਨ। ਜੀ ਨੂੰ ਇਹ ਤਪ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਦੂਜੀ ਮੰਜ਼ਿਲ ਦਾ ਲੈਂਟਰ ਜਲਦ ਪਾਇਆ ਜਾਣਾ ਹੈ। ਇਹਦੇ ਲਈ ਪਿਆਰਿਓ 200 ਕੁਇੰਟਲ ਸਰੀਆ ਭਾਵ 20 ਟਨ ਸਰੀਆ, 1500 ਦੇ ਲਗਭਗ ਸੀਮਿੰਟ ਦਾ ਗੱਟਾ, 7 ਟਿੱਪਰ ਬਜਰੀ ਦੇ, ਲਗਭਗ 10 ਤੋਂ 11 ਟਿੱਪਰ ਰੇਤ ਦੇ ਇਹ ਸਮੱਗਰੀ ਲੱਗਣੀ ਹੈ। ਸੋ ਆਪ ਸਰਬ ਸੰਗਤਾਂ ਨੂੰ ਬੇਨਤੀ ਹੈ ਭਾਈ ਥੋੜੇ ਤੋਂ ਥੋੜਾ, ਬਹੁਤੇ ਤੋਂ ਬਹੁਤਾ, ਬੰਦਿਸ਼ ਕਿਸੇ ਨੂੰ ਕੋਈ ਨਹੀਂ ਹੈ। ਪਿਆਰਿਓ ਆਪਣੀ ਯਥਾ ਸ਼ਕਤੀ ਅਨੁਸਾਰ ਆਓ ਪੁਰਸ਼ਾਰਥ ਕਰੀਏ। ਧੰਨ ਗੁਰੂ ਰਵਿਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ ਪੱਥਰਾਂ ਨੂੰ ਤਾਰਨਾ ਕੀਤਾ, ਭਾਵ ਸਾਨੂੰ ਭੈੜਾ ਜੀਵਨ ਬਤੀਤ ਕਰਦਿਆਂ ਨੂੰ, ਦੁਖੀ ਜੀਵਨ ਬਤੀਤ ਕਰਦਿਆਂ ਨੂੰ ਆ ਸੁਖੀ ਜੀਵਨ ਬਖਸ਼ਿਸ਼ ਕੀਤਾ। ਅੱਜ ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਤਪ ਸਥਾਨ, ਜਿੱਥੇ ਪਾਤਸ਼ਾਹ ਨੇ 4 ਸਾਲ 2 ਮਹੀਨੇ 11 ਦਿਨ ਰਹਿਣਾ ਕੀਤਾ। ਸੋ ਪਿਆਰਿਓ ਇਹ ਧਰਤੀ ਭਾਗਾਂ ਵਾਲੀ ਹੈ। ਇਸ ਭਾਗਾਂ ਵਾਲੀ ਧਰਤੀ ਤੇ ਪ੍ਰਬੰਧਕ ਕਮੇਟੀ ਆਪ ਜੀ ਦੇ ਸਹਿਯੋਗ ਨਾਲ ਕਾਰਜ ਕਰ ਰਹੀ ਹੈ। ਕਮੇਟੀ ਦੇ ਮੁਖੀ ਡਾਕਟਰ ਕੁਲਵੰਤ ਸਿੰਘ ਚੇਅਰਮੈਨ ਸਾਹਿਬ, ਸਰਦਾਰ ਮੱਖਣ ਸਿੰਘ ਜੀ ਬਾਜਪੁਰੀ, ਚੌਧਰੀ ਅਜੀਤ ਸਿੰਘ ਜੀ ਬਗਵਾਈ, ਗੁਰਮੁਖ ਸਿੰਘ ਜੀ ਬਲਾਚੌਰ, ਸਰਪੰਚ ਨੈਣਮਾ, ਬਾਬਾ ਸੁਖਦੇਵ ਸਿੰਘ ਜੀ, ਬਾਬਾ ਰੜੇ ਸਿੰਘ ਜੀ ਤੇ ਪਿਆਰਿਓ ਅਨੰਤ ਟੀਮ ਜਿਨ੍ਹਾਂ ਦੇ ਵਿੱਚ ਬਹੁਤ ਸੋਹਣੀ ਸੇਵਾ ਨਿਭਾ ਰਹੇ ਨੇ, ਚਰਨ ਭਾਰਤੀ ਜੀ, ਸੁਰਜੀਤ ਲੰਬੜ ਜੀ। ਸੰਗਤ ਜੀ ਕਿਹਦਾ ਨਾਮ ਲਵਾਂ, ਕਿਉਂਕਿ ਇਹ ਉਹ ਨਾਮ ਲੈ ਰਹੇ ਆ ਜਿਹੜੇ ਤਖਤ ਧਰਮ ਨੇ ਕਿ ਕਿਵੇਂ ਨਾ ਕਿਵੇਂ ਅਸੀਂ ਗੁਰੂ ਦਾ ਇਹ ਦਰ ਅਤ ਸੁੰਦਰ, ਅਤ ਸੋਹਣਾ, ਅਤ ਉੱਚਾ ਬਣਾਉਣਾ ਹੈ। ਉਪ ਪ੍ਰਧਾਨ ਸਰਦਾਰ ਬਿੰਦਰ ਸਿੰਘ ਜੀ, ਗੁਰੂ ਘਰ ਦੇ ਸਟੋਰ ਕੀਪਰ ਸਤਪਾਲ ਸੱਤੋ ਜੀ। ਸੋ ਪਿਆਰਿਓ ਇਹ ਸਾਰੇ ਜਿਹੜੇ ਸੇਵਾਦਾਰ ਜਿਨ੍ਹਾਂ ਦਾ ਮੈਂ ਨਾਂ ਲੈ ਰਿਹਾ, ਇਹ ਧੰਨ ਨੇ ਜਿਹੜੇ ਆਪਣੀ ਕਿਰਤ ਕਰਨ ਦੇ ਨਾਲ ਗੁਰੂ ਘਰ ਦੀ ਇਹ ਮਹਾਨ ਕਾਰ ਸੇਵਾ 'ਚ ਦਿਨ ਰਾਤ ਲੱਗੇ ਹੋਏ ਨੇ। ਪਾਤਸ਼ਾਹ ਕਿਰਪਾ ਕਰਨ, ਹਰ ਮੈਦਾਨੇ ਫਤਿਹ ਬਖਸ਼ਿਸ਼ ਕਰਨ, ਪ੍ਰਬੰਧਕ ਕਮੇਟੀ ਤੇ ਮਿਹਰ ਭਰਿਆ ਹੱਥ ਰੱਖਣ, ਤਾਂ ਕਿ ਜਿੱਥੇ ਗੁਰੂ ਦਾ ਦਰਬਾਰ ਸਾਰਿਆ ਜਾ ਰਿਹਾ ਹੈ, ਇਹ ਮੁਜੱਸਮਾ ਬਣ ਰਿਹਾ ਹੈ, ਉੱਥੇ ਪਿਆਰਿਓ ਸਮਾਜਿਕ ਗਤੀਵਿਧੀਆਂ ਵੀ ਬਰਾਬਰ ਸੰਗਤਾਂ ਨੂੰ ਕੋਈ ਦੁੱਖ, ਕੋਈ ਪਰੇਸ਼ਾਨੀ, ਚਾਹੇ ਸਮਾਜਿਕ ਤਲ ਤੇ ਹੈ, ਚਾਹੇ ਰੂਹਾਨੀ ਤਲ ਤੇ ਹੈ, ਪ੍ਰਬੰਧਕ ਕਮੇਟੀ ਦੁੱਖ ਸੁੱਖ ਵਿੱਚ ਨਾਲ ਖੜਦੀ ਹੈ। ਪਾਤਸ਼ਾਹ ਕਿਰਪਾ ਕਰਨ, ਹਰ ਮੈਦਾਨੇ ਫਤਿਹ ਬਖਸ਼ਿਸ਼ ਕਰਨ। ਪਿਆਰਿਓ ਜਿਨ੍ਹਾਂ ਮੇਰੀਆਂ ਭੈਣਾਂ ਭਰਾਵਾਂ ਨੇ ਚਾਂਦੀ ਦੀ ਸੇਵਾ ਕਰਨੀ ਹੈ, ਕਿਉਂਕਿ ਜੋ ਮੁੱਖ ਦਰਵਾਜ਼ਾ ਹੈ ਨਾ 13 ਫੁੱਟ ਉੱਚਾ, 8 ਫੁੱਟ ਚੌੜਾ, ਜੋ ਮੁੱਖ ਕਿਵਾੜ ਹੈ ਜਿੱਥੋਂ ਆਪਾਂ ਐਂਟਰ ਕਰਦੇ ਹਾਂ ਅੰਦਰ ਗੁਰੂ ਘਰ, ਇਹ ਦਰਵਾਜ਼ਾ ਚਾਂਦੀ ਦਾ ਲਗਾਇਆ ਜਾਏ। 60 ਲੱਖ, ਲਗਭਗ 60 ਲੱਖ ਦਾ ਇਹ ਦਰਵਾਜ਼ਾ ਲੱਗਣਾ।
चांदी का दरवाजा 60 किलो के करीब चांदी लगनी है ते सोने के सुगे लगने हैं प्यारे। सुगे कहिए लूवर इंग्लिश। सो प्यारे ये अत सुंदर अत उच्चा गुरु का दर। आओ भागा वालियो लाहा लईए सेवा करने की वेला है। थोड़े तो थोड़ा बहुते तो बहुता वक्त का लाहा लईए भागा वाले के साडे इत्थे जिउंदियां जिउंदियां ये सुंदर दृश्य मानण नूं मिल रहा है। पातशाह का दरबार बन रहा है। आओ सारे रल मिल करके पातशाह के दर घर में सेवा करिए। संगत जी माछीवाड़े तो संगत आईया ने। मैं बेनती कर रहा सी कि हरेक हफ्ते आ करके नाले तो सेवा करते हैं ते अज कहते बाबा जी कुछ भेटा भी लेके आए हैं। बिस्तरे अनाज ते संगत लेके आए ने। गुरु की नगरी श्री माछीवाड़े साहिब तो संगतां दे लई बिस्तरे अनाज अते तन लैके हाजिर होईयां ने। यह धन गुरु रविदास पातशाह कृपा करना जी जिन्हां खजानियां विचों ये रसदा बसदा धन आया अनाज आया। पातशाह खजाने भरपूर करने हरमदाने फतेह बख्शिश करना चढ़दी कला बख्शिश करनी। प्यारिओ फिर तो बेनती करते हैं स्टेज तो किसी बंदे की उपमा करनी रूहानीयत के तल ते आग्ञा नहीं दिंदा। पर जेडे गुरसिख ने ना जेडे करते हैं पुरुषार्थ उन्हां दा धन्नवाद करना प्रबंधकां दा फर्ज है। सो प्यारिओ माछीवाड़े दी संगतां दा कोट कोट धन्नवाद है जेडे हरेक हफ्ते आउंदे ने ते आके गुरु दी कार सेवा तन मन धन नाल करते हैं। पातशाह कृपा करन हरमदाने फतेह बख्श चढ़दियां कला बख्शिश करन। आओ प्यारिओ लाहा लईए अगम्मी बाणी इलाही बाणी धुरदी बाणी जिहदे नाल सारियां चिंतावां दूर हो जांदियां ने। आओ गुरु दी कृपा बख्श ग्रहण करिए। आओ गुरबाणी नाल जुड़ना करिए। जो बोले सो निर्भय सतगुरदास महाराज की जय। मेरे राम जी 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 तुम प्रभ अंतर जाने अंतर जाने मेरे राम जी मेरे राम जी। मेरे राम जी मेरे राम जी मेरे राम जी मेरे राम जी तुम बात अंतर जामे अंतर जामे मेरे राम जी। कर कृपा गुरुदेव दयाला कर कृपा
दे तुम लावे तेते हम लागे क्या गंदर बेचारे कर कृपा गुरुदेव दयाला कर कृपा गुरुदेव दयाला गुण गामा नित स्वामी गुण गामा नित स्वामी मेरे राम जी मेरे राम जी मेरे राम जी मेरे राम जी तुम प्रभ अंतर जामे मेरे राम जी मेरे राम जी तू प्रभ अंतर्जामी। संगत जी आ जिहड़ा मनुखा शरीर है ना ਇਹਦੇ ਨਾਲ ਅਸੀਂ ਜਿਹੜੇ ਕਰਮ ਕਰਦੇ ਆ ਨਾ ਉਹ ਪ੍ਰਗਟ ਹੁੰਦੇ ਨੇ। ਤਵੱਜੋ ਫਰਮਾਣਾ ਜਰਾ ਜਿਹੜੇ ਅਸੀਂ ਕਰਮ ਕਰੀਦੇ ਨੇ ਉਹ ਪ੍ਰਗਟ ਹੋ ਜਾਂਦੇ ਨੇ। ਕੋਈ ਕਰਮ ਕਰਦੇ ਆ ਉਹ ਦੂਜਿਆਂ ਨੂੰ ਪਤਾ ਲੱਗਦਾ ਹੈ। ਪਰ ਜਿਹੜੇ ਵਿਚਾਰ ਜਿਹੜੀਆਂ ਘੜਤਾਂ ਅਸੀਂ ਆਪਣੇ ਚੇਤਨ ਦੇ ਵਿੱਚ ਘੜਦੇ ਆ ਮਨ ਵਿੱਚ ਸੋਚਦੇ ਆ ਉਹਦਾ ਕਿਸੇ ਨੂੰ ਇਲਮ ਨਹੀਂ ਹੁੰਦਾ ਗਿਆਤ ਨਹੀਂ ਹੁੰਦਾ। ਸਾਡੇ ਨਾਲ ਕੋਈ ਬੈਠਾ ਹੋਵੇ ਮੰਨ ਲਓ ਪਤੀ ਪਤਨੀ ਬੈਠੇ ਹੋਣ ਪਤੀ ਦੇ ਮਨ ਵਿੱਚ ਪਤਨੀ ਦੇ ਜੇ ਖਿਲਾਫ ਕੋਈ ਵਿਚਾਰ ਚੱਲਦਾ ਹੋਵੇ पत्नी को थोड़ी पता लगता कि मेरे पति मेरे खिलाफ सोचते हैं। जे पता लग जाए फिर की होएगा फिर महाभारत हो जाता है। सो प्यारिओ कहने तो की भाव है कि साडे अंदर चलते विचारां दा किसी नूं भी इलम ज्ञात नहीं हुंदा। कितना भी गूढ़ा रिश्ता होवे ये नहीं पता लगता कि अंदर विचार की चलते हैं। ਤਾਂ ਪਿਆਰਿਓ ਕੇਵਲ ਤੇ ਕੇਵਲ ਉਹ ਗੁਰੂ ਹੈ ਉਹ ਨਿਰੰਕਾਰ ਹੈ ਜਿਹੜੇ ਤੁਹਾਡੇ ਮਨ ਦੀ ਅਵਸਥਾ ਨੂੰ ਜਾਣ ਸਕਦਾ ਹੈ। ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ ਹੈ ਅਕਾਲ ਪੁਰਖ ਤੂੰ ਅੰਦਰ ਦੀਆਂ ਜਾਣਦਾ ਹੈ। ਘਟ ਘਟ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਉਹ ਸਮਝ ਲੈਂਦਾ ਹੈ ਜਾਣ ਲੈਂਦਾ ਹੈ ਅੰਦਰ ਕੀ ਚੱਲਦਾ ਪਿਆ। संगत जी आप प्रसंग बड़े विराग नाल सरवण करते हैं ना कि मीरा नूं ओदे पेकियां ने ओदे मापियां ने ओदी माई ने ओदे भरावां ने जहर दा प्याला दिता। मीरा आ प्याला अमृत दा है तेरे गुरु ने तेरी खातर घल्लिया है। जी सोचण की गल है क्या मीरा ये जानती नहीं सी क्या जहर है। संगत जी सच ये नहीं सच ये है कि मीरा नूं पता सी मीरा भी अंतरजामी सी। क्यों भला क्योंकि वो मीरा ने अकाल पुरख की बंदगी की भाव गुरु रविदास नूं गुरु धार लिया। भरोसा इन्ना वधिया कि प्यारिओ मन डोलदा नहीं पता है जहर का प्याला है। पर मीरा दे जहन में ख्याल आया मना जिस जहर दे नाल जिस विष दे नाल अमृत दे पुंज कल दे तारन हारे मेरे गुरु भाव गुरु रविदास का नाम जुड़ गया वो जहर मेरे लिए अमृत समान हो गया। ते मीरा जानदी होई भी पता सी मीरा नूं जहर है
पर मीरा ने फिर भी वो जहर का प्याला छक लिया। ਉਹਦਾ ਸਿੱਟਾ ਉਹਦਾ फल ਇਹ ਹੋਇਆ कि ਜਿਹੜੇ ਜ਼ਹਿਰ ਨਾਲ ਬੰਦੇ ਨੂੰ ਮਰਨ ਵਿੱਚ फटका नहीं लगता, कुछ पलों में ढेरी हो जाता बंदा, वो जहर मीरा छक के मीरा का वाल विंगा नहीं होया। क्यों? क्योंकि बिच करता पुरख लोआ वाल ना विंगा हुआ। जदों असीं अकाल पुरख नूं अपने विचकार लियाउंदे आ, मेरे प्रभु जी तू अंतर जामे, जो समझते हैं कि बंदिया जेड़े तू पाप चाहे लुका के करता है, उन्होंने पापा नूं जानन वाला वो निरंकार है, वो वाहिगुरु है। कर कृपा गुरुदेव दयाला, गुण गावा नित स्वामी, ये रहाओ दी पंक्ति। ऐ अकाल पुरख मैं तेरे गुण गाना नित गाना, पर याद रखियो संगत जी लेखा जोखा करना असी किहदे गुण गाण लगे होए, असी अपने रिश्तेदारां दे गुण गाई जाते हैं। किसी दी किसी MLA नाल मित्रता है, वो MLA दे गुण गाई जा रहे हैं। किसी दी कोई अफसर नाल गल है, वो अफसर दे गुण गाई जा रहे हैं। कोई अपनी पार्टी दे गुण गाई जा रही है, कोई अपने कीते कम्मां दे आप ही गुण गाई जा रहे हैं। कोई अपने आप को चंगा कही जा रहा है कि मैं बहुत चंगा। पर अकाल पुरख जी कहते ने कर कृपा गुरुदेव दयाला, गुण गावा नित स्वामी, कृपा कर मैं तेरे गुण गावांगा। संगत जी बंदे दे गुण गाउण नाल ये जीवन सौखा नहीं होना। गुण अकाल पुरख दे गाइए, गुण धन गुरु रविदास पातशाह दे गा लईए। आज जिहड़ा जीवन आज जिहड़े साह आ रहे ने ये सुखद होणगे ते अगला पैंडा सुखां नाल बतीत होएगा। सो प्यारिओ जिहड़ा जीवन है इहदा मार्ग बड़ा दिखड़ा पैंडा औखा है। पातशाह ने आख्या घट अब घट डूगर गणा, एक निर्गुण वैल हमार। ये रास्ता बड़ा औखा है, तन रूपी जिहड़ा गड्ढा है तेरा जिहड़ा मन इनू बैल लग्या होया है, वो पापां दा बोझा चुकण तो असमर्थ। घट अब घट डूगर गणा, रास्ता बड़ा विखड़ा पैंदा है। उहदे ते चलण लई उस अंतरजामी दे गुण गाने पैणगे प्यारिओ, फिर जाके साडी ये जीवन यात्रा सुखद सरल होगी। आओ गुरु के प्यारों लाहा लईए। अगली पंक्ति में पातशाह कृपा करते हैं, आओ जीवन का हिस्सा बना लईए।
पाओ करिए। संगत जी तवज्जो देना, 8 पहर प्रभ अपना ध्याइए। जितन करो समझण दा, 4 पैर दिन दे ते 4 पैर रात दे, 2 हिस्सों में वंडिया गया दिन ते रात। 8 पहर दिन ते रात ओदी आराधना करिए। संगत जी ये संभव हो सकता? जरा सोचो समझो। पातशाह कहते ने 8 पहर प्रभ अपना ध्याइए। गुर प्रसाद पौतरी है। माता जी जो लेना ले लो, कृपा करके ले लो भाई। सो प्यारे माता जी शोर ना करो, हाथ जोड़ के बेनती है। 8 पहर ध्यान की गल हुई है प्यारे। 4 पैर दिन दे 4 पैर रात दे ने। संगत जी आप जी ने बेनती है भाई, हाथ जोड़ के कीर्तन गुरु दी उपमा है भाई, बोलो ना, अपनी गल्लां ना करो भाई। तुसीं कोल ही साडे पढ़ के बोली जा रहे हो, लाइव चल रहा है, चंगा नहीं लगता। गुस्ताखी माफ करना। तुहाडा अपना गुरु घर है प्यारिओ, मर्यादा असीं बनानी, इत्थे होर कौन बनाएगा? 8 पहर गल समझण वाली है। 4 पैर दिन दे ते 4 पैर रात दे। ध्याई जाओ। हुण संगत जी ध्याना की हुंदा भला? संगत जी एक है याद करना किसी नूं। की हुंदा जदों याद करदे हां? जदों याद करदे हां ਉਹਦਾ ਸਾਰਾ ਚਿਹਰਾ ਮੂਹਰਾ ਸਾਡੀਆਂ ਅੱਖਾਂ ਮੂਹਰੇ ਆ ਜਾਂਦਾ। ਇਹ ਹੈ ਇਹਨੂੰ ਸਿਮਰਨ ਕਹਿ ਲੋ, ਯਾਦ ਕਰਨਾ ਕਹਿ ਲੋ। ਜਿਹੜਾ ਧਿਆਣਾ ਹੈ ਨਾ ਪਿਆਰਿਓ, ਇਹ ਯਾਦ ਤੋਂ ਸਿਮਰਨ ਤੋਂ ਉੱਪਰ ਵਾਲੀ ਅਵਸਥਾ ਹੈ। ਧੁਨ ਮੇਂ ਧਿਆਨ, ਧਿਆਨ ਮੇਂ ਜਾਣੇ, ਉੱਚੀ ਅਵਸਥਾ ਹੈ। ਜਦੋਂ ਨਾ ਪਿਆਰਿਓ ਮਨੁੱਖ अपने ध्यान नूं अंतर्मुखी करके तीजे दिल ते इकट्ठा करके पूरे प्राणा की ऊर्जा ऊर्ध्व गमन भाव उपर ले जाण वाल लगाउंदा है। फिर ध्याना शुरू होता है, उहदी याद आउंदी है। हुण सवाल पैदा हुंदा कि 4 पैर दिन दे तां ते आ सकदे आ? औखे सौखे वैसे है औखा काम, औखा काम है। एक महापुरुष ना प्यारे सच्ची घटना है। उन्होंने दास नूं सरपण करवाई कि असीं शिमले चले गए। गर्मियां दे दिन असीं एक सुंदर जगह ते साढ़े सेवादार ने गलीचा बिछाया, असीं बैठ गए। तो कोले कुछ काम करने वाले करिंदे वीर बैठे थे, वो लंगर छकदे ने। वो कहंदे आ संतां नूं मौज है, आराम करते पे, कोई काम नहीं करना, वेले ने। वो महापुरुष कहते साडे कन्नां च आवाज़ पई, मन खुश होया। मैं सेवादार को क्या के जा भलिया इन्हों मेरे को लेके हाँ जी तुसीं बुलाया, दसो जी। महापुरुष कहते भले हो, बैठ जाओ। की करते हो? कहते जी बाग विच काम करते हैं, कांट छाट टोए कढ़ने, दवाई पानी, सेब दा बाग है। किन्नी दिहाड़ी मिल जाती? उदों 250 रुपया दिहाड़ी होंदी सी। कहंदी 250 रुपया मिलदा है। संत कहंदे इदां करियो भलिओ, कल नूं मेरे कोल जिथे असीं ठहरे हुए आश्रम च उत्थे आ जाइओ, 500 रुपए दिहाड़ी मिलेगी, आ जाना। वो बड़े हैरान कि डबल दिहाड़ी
पता लिखाया, दूजे दिन आ गए कहते दसो जी काम केड़ा करना संत जी? कहते काम लाउने आ, तुसीं बैठो आराम करो। सेवादार को क्या इन्होंने पहला लंगर पानी छकाना करो भाई। छक लिया लंगर पानी, चाह पानी छक लो भाई। कहते छक लिया। दोपहर पै गई, कहते काम दसो जी साडी दिहाड़ी खराब हो गई। महापुरुष कहते ना प्यारिओ, तुहाडी दिहाड़ी पै रही है, तुसीं काम ते हाजिर हो, तुसीं काम कर रहे हो, तुहानूं पैसे मिलणगे। वो मजदूर कहते काम ते दसो जी। कहते काम दसांगे कल नूं, अज दी दिहाड़ी तुहानूं मुफ्त मिलेगी। वो बड़े हैरान होए, कहते पर शर्त इक्को ही है, रहना भी साडे कोल रात पैना, खाण पीण पदार्थ बड़े ने। वो मन गए, ठीक है बाबा जी रह लेंदे आ, घर भी सोना जाके। टिक गए, जो बजे ना वक्त वेला 4-3 बजे सेवादार ने जगाते, उठ जाओ भाई समा हो गया। कहते जी दिहाड़ी तो सवेर को लगेगी ना, तुहाडी दिहाड़ी शुरू हो गई, 8 घंटे तुहाडे कोल काम लिया जाएगा, तुहाडी दिहाड़ी शुरू होंदी। अच्छा जी दसो काम की करना? कहते पहले इशनान करो। कहते ना जी ठंड है, चाहे गर्मी का मौसम है पर पहाड़ में ठंड होती है, तड़के अमृत वेले। कहते जी काम ही इदा का है कि इशनान जरूरी है। चलो उन्होंने बेमन इशनान कर लिया, साफ कपड़े पवाए। कहते काम दसो? साफ बिछा दी। कहते आ लो माड़ा, ये माड़ा फड़ के फेरनी है, ना जपना। कहते भी तो काम है। बैठ गए, जो घंटा कि बीतिया, एक दूरा हो जाए, एक उठ जाए, एक वेख लवे, ये तो कदे बहुत औखा काम। ਇਹਦੇ ਨਾਲੋਂ ਗਾਰ ਮਿੱਟੀ ਢੋਣੀ ਸੌਖੀ, ਬਾਗ ਵਿੱਚ ਕੰਮ ਕਰਨਾ ਸੌਖਾ। ਇਹ ਕਿਹੜੇ ਮੁਸੀਬਤ ਨੇ ਫੜ ਲਏ। ਜਿੱਦਾਂ ਕਿੱਦਾਂ ਕਰਕੇ ਪਿਆਰੇ ਉਹ ਦਿਨ ਚੜਿਆ, ਅੱਧੀ ਦਿਹਾੜੀ ਸੰਤ ਕਹਿੰਦੇ ਤੁਹਾਡੀ ਲੱਗ ਗਈ, ਅੱਧੀ ਹਲੀ ਹੋ ਗਈ। ਦਿਨ ਚੜਿਆ, ਲਿਆਓ ਪਦਾਰਥ, ਲੰਗਰ ਛਕੇ। ਮਨ ਤਾਂ ਖੁਸ਼ ਹੋਇਆ ਲੰਗਰ ਛਕ ਕੇ, ਪਰ ਫਿਰ ਸੰਤ ਕਹਿੰਦੇ ਫਿਰ ਬੈਠ ਜਾਓ ਭਾਈ। ਕਹਿੰਦੇ ਬਾਬਾ ਆ ਪਈ ਤੇਰੀ ਮਾਲਾ, ਅਸੀਂ ਨਹੀਂ ਜੇ ਤੇਰੀ ਇਹ ਕਿਰਤ ਕਰਨੀ, ਸਾਨੂੰ ਉਹ ਜਿਹੜਾ ਭਾਰੀ ਕੰਮ ਹੈ ਉਹੀ ਕਰਨਾ ਚਾਹੁੰਦਾ ਹੈ। ਸੋ ਪਿਆਰਿਓ, 8 ਪਹਿਰ ਰੱਬ ਦੇ ਕੋਲ ਜਾਣਾ ਇਹ ਇੱਡਾ ਸੌਖਾ ਵੀ ਨਹੀਂ ਹੈ ਤੇ ਔਖਾ ਵੀ ਨਹੀਂ ਹੈ। ਔਖਾ ਕਿਉਂ ਨਹੀਂ? क्योंकि जे प्रीत हो जाए, प्यार हो जाए, इश्क हो जाए, फिर रट जो इंसान सौ जाता है ना, तो उदों भी नहीं भुलती। यदा एक सूत्र है, याद रखियो प्यारे, एक सूत्र आप जी ना साझा करके मैं अगे बढ़ जावां। जो रात को सोईदा ना, नींद के अगोश में जाइदा है, उदों प्यारे कर्म करना। जो रात को सिमरन करते हो ना, घर में बैठ के आराधना करते हो, आराधना करने तो अपना जो सोना है ना, बिस्तर पर लेटना है। वैसे तो सिख नूं हुक्म है कि कीर्तन सोहला करके सोना है, ਉਹਦਾ एक भाव अर्थ है। कहते ना ਇਹਦਾ सोहला हो गया, पढ़ दिओ सोहला ਇਹਦਾ। कई सुनिया ना ਆਪਾਂ कई बारी कि फलाने की गति कराने चले हैं कोल, पर याद रखियो ਜਿਹੜੇ गुरु के सिख ने उन्होंने सिखा हुक्म है, सिखा सौण तो पहला सोहला अपना सोध के सोनी, की पता तू सुता पे रह जाए। तो याद रखियो सिख की गति कराने की लोड़ नहीं होती, क्योंकि सिख रोज अपनी गति करके सौंदा है। इदा तैयार करके अपने आप को जाना है, तो जो बिस्तर पर जाना है, सराने से सिर रखना है। याद रखना जिहड़ा नाम है ना, जिहड़ा शब्द है वो तुहाडे कंठ अंदर, तुहाडी चेतना अंदर विद्यामान होना चाहिए, चलता होना चाहिए, तो गतिशील अंदर रहना चाहिए। हौली हौली सौंदे सौंदे परदा परदा नींद गिरती है जिवें चेतना ते नाल वो शब्द चले जावे, सतनाम वाहिगुरू
ਸਤਨਾਮ ਵਾਹਿਗੁਰੂ। ਇਦਾਂ ਪਰਦਾ ਨੀਂਦ ਕਰੇਗੀ ਤੇ ਅੰਦਰੋਂ ਨਿਰਵਿਚਾਰ ਹੋ ਕੇ ਉਹ ਸ਼ਬਦ ਚਲੀ ਜਾਵੇ। ਪਿਆਰਿਓ, ਜਦੋਂ ਇਦਾਂ ਤੁਸੀਂ ਸੁਣਾ ਕਰੋਗੇ, ਹੈਰਾਨੀ ਦੀ ਗੱਲ ਪਤਾ ਕੀ ਹੈ? ਹੈਰਾਨੀ ਦੀ ਗੱਲ ਇਹ, ਤੁਸੀਂ ਸੌਗੇ ਇਦਾਂ ਕਰਦੇ, ਜਦੋਂ ਉੱਠੋਗੇ ਨਾ ਵਿੱਚ ਅੱਖ ਖੁੱਲੇਗੀ 1 ਵਜੇ 2 ਵਜੇ, ਤਾਂ ਤੁਸੀਂ ਪਾਓਗੇ ਕਿ ਤੁਹਾਡੇ ਅੰਦਰ ਉਹ ਸਿਮਰਨ ਵਾਹਿਗੁਰੂ ਉਹ ਆਰਾਧਨਾ ਉਹ ਚੱਲ ਰਹੀ ਹੈ। ਇਹ ਹੈ ਕਲਾ, ਇਹ ਹੈ 8 ਪਹਿਰ ਅਕਾਲ ਪੁਰਖ ਦੀ ਆਰਾਧਨਾ ਕਰਨ ਦਾ ਢੰਗ, ਜਿਹੜਾ ਹੱਠ ਜੋਗ ਤਪ ਜੋਗ ਨਾਲ ਨਹੀਂ ਮਿਲਦਾ, ਉਹ ਸਹਿਜ ਸੁਭਾਏ ਮਿਲਦਾ ਹੈ। ਪਿਆਰਿਓ, ਇਹ ਦਰ ਐਸਾ ਜਿੱਥੇ ਪੱਥਰ ਤਾਰੇ ਜਾਂਦੇ ਨੇ, ਇਹ ਦਰ ਐਸਾ ਜਿੱਥੇ ਨਿਵਾਣਿਆਂ ਨੂੰ ਮਾਣ ਮਿਲਦਾ। ਇਹ ਦਰ ਬਾਬਾ ਧੰਨਾ ਦੇਵੀਆ ਦਾ ਘਰ, ਜਿੱਥੇ ਕਲ ਯੁਗ ਨੂੰ ਉਤਾਰਦੇ ਹੋਏ ਮੇਰੇ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਰਵਿਦਾਸ ਪਿਤਾ ਨੇ ਸਾਨੂੰ ਇਹ ਤੀਰਥ ਬਖਸ਼ਿਸ਼ ਕੀਤਾ। ਇਸ ਤੀਰਥ ਦੀ ਕਾਰ ਸੇਵਾ ਚੱਲ ਰਹੀ ਹੈ। ਪਿਆਰੇ, ਚਾਂਦੀ ਦੀ ਸੇਵਾ ਦੇ ਲਈ ਇੱਕ ਉੱਥੇ ਬਰਤਨ ਪਿਆ ਕਾਊਂਟਰ ਤੇ, ਜਿਨ੍ਹਾਂ ਮੇਰੀਆਂ ਭੈਣਾਂ ਭਰਾਵਾਂ ਨੇ ਚਾਂਦੀ ਦੀ ਸੇਵਾ ਕਰਨੀ ਹੈ, ਕਿਉਂਕਿ ਦਰਵਾਜ਼ਾ ਮੁੱਖ ਕਿਵਾੜ ਚਾਂਦੀ ਦਾ ਲੱਗੇਗਾ। 13 ਫੁੱਟ ਉੱਚਾ 8 ਫੁੱਟ ਚੌੜਾ। ਪਿਆਰਿਓ, ਜਿਹੜਾ ਇਹ ਦਰਵਾਜ਼ਾ ਹੈ ਨਾ, ਇਹ ਤੁਹਾਡੇ ਦੁਆਰਾ ਭੇਂਟ ਕੀਤੀ ਕਾਰ ਸੇਵਾਵਾਂ ਨਾਲ ਹੀ ਬਣਨਾ ਹੈ। ਸੋ ਪਿਆਰਿਓ, ਵਾਰ-ਵਾਰ ਬੇਨਤੀ ਹੈ, ਇਸ ਕਰਕੇ ਦਾਸ ਕਰਦਾ ਹੈ ਕਿ ਦਾਸ ਇਸ ਘਰ ਦਾ ਮੁੱਖ ਨੌਕਰ ਹੈ। ਕਹਿਣ ਤੋਂ ਭਾਵ ਇਸ ਘਰ ਦੀ ਜ਼ਿੰਮੇਵਾਰੀ ਹੈ ਝਾੜੂ ਪ੍ਰਦਾਨ ਦੀ, ਝਾੜੂ ਮਾਰਨ ਦੀ। ਸੋ ਗੁਰੂ ਘਰ ਦਾ ਝਾੜੂ ਪ੍ਰਦਾਨ ਹੋਣ ਦੇ ਨਾਤੇ ਸੰਗਤਾਂ ਦੇ ਗੋਚਰ ਬੇਨਤੀ ਹੈ। ਪਿਆਰਿਓ, ਲੈਂਟਰ ਪੈਣ ਵਾਲਾ ਹੈ, 30 ਲੱਖ ਰੁਪਇਆ ਲੈਂਟਰ ਸਲੈਬ ਦਾ ਖਰਚਾ ਆਣਾ। ਪਿਆਰਿਓ, 200 ਟਨ ਸਰੀਆ, 7 ਟਿੱਪਰ ਬਜਰੀ ਦੇ, 11 ਲਗਭਗ ਟਿੱਪਰ ਰੇਤ ਦੇ, 1500-1600 ਗੱਟਾ ਸੀਮਿੰਟ ਦਾ ਪੈਣਾ। ਪਿਆਰਿਓ, ਆਓ ਸਾਰੇ ਰਲ ਮਿਲ ਕਰਕੇ ਜਥਾ ਸ਼ਕਤੀ ਅਨੁਸਾਰ, ਬੰਦਿਸ਼ ਕਿਸੇ ਨੂੰ ਕੋਈ ਨਹੀਂ ਹੈ, ਰਲ ਕੇ ਸੇਵਾ ਕਰੀਏ। ਆਓ ਕੀਰਤਨ ਦਾ ਆਨੰਦ ਲੈਂਦੇ ਹੋਏ ਇਸ ਤੀਰਥ ਤੇ ਆ ਕੇ ਇਸ ਡਾਲੇ ਨੂੰ, ਇਸ ਅੱਜ ਦੇ ਜਿੱਥੇ ਐਤਵਾਰ ਦੀ ਹਾਜ਼ਰੀ ਨੂੰ ਸਫਲਾ ਕਰੀਏ। ਆਓ ਗੁਰੂ ਦੀਆਂ ਭਗਤੀਆਂ ਹਿਰਦੇ ਘਰ ਵਿੱਚ ਧਾਰਨ ਕਰੀਏ ਜੀ। आराधना करना ये गुरमंत्र ये भेद ये मरम गुरबाणी तो अलावा होर किधरे प्राप्त नहीं होता। कोई 12 साल खूह विच उल्टा लपदा है, कोई ता जिंदगी कंद मूल खा के रब नूं ढूंढदा है, कोई जेठ हाड़ दे
ਤਪਦੀਆਂ ਰੁੱਤਾਂ ਵਿੱਚ ਧੂਣੀਆਂ ਰਮਾਂਦਾ ਏ, ਪਰ ਗੁਰਸਿੱਖ ਨੂੰ ਸੌਖਾ ਤੇ ਸਰਲ ਕੀਤਾ ਹੈ ਬੰਦਿਆ। ਤੂੰ ਆਰਾਧਨਾ ਕਰ। ਆਰਾਧਨਾ ਕਿਵੇਂ ਕਰਨੀ? ਸਹਿਜ ਹੋ ਕੇ, ਗ੍ਰਸਤੀ ਹੋ ਕਰਕੇ, ਸਰਲ ਹੋ ਕਰਕੇ। ਸੰਗਤ ਜੀ, ਦਾਸ ਬੇਨਤੀ ਕਰ ਰਿਹਾ ਸੀ ਕਿ ਰਾਤੀ ਸੌਣ ਤੋਂ ਪਹਿਲਾਂ ਸਰਹਾਣੇ ਤੇ ਸਿਰ ਰੱਖਣ ਤੇ ਯਾਦ ਰੱਖਣਾ, ਜਦੋਂ ਬਿਸਤਰ ਤੇ ਜਾ ਕੇ ਲੇਟਦੇ ਹੋ ਨਾ, ਇਹ ਬਹੁਤ ਬੜਾ ਸਫ਼ਰ ਹੈ ਇੱਕ ਰਾਤ ਦਾ, 4 ਪਹਿਰ। ਪਰ ਅਫਸੋਸ ਪੂਰਾ ਜੀਵਨ ਬਤੀਤ ਹੋ ਜਾਂਦਾ ਹੈ। ਇਹ ਨੀਂਦ ਸਾਨੂੰ ਸਮਝ ਨਹੀਂ ਆਉਂਦੀ ਕਿ ਨੀਂਦ ਹੈ ਕੀ। ਇੱਕ ਬ੍ਰਹਮ ਗਿਆਨੀ ਹੋਇਆ ਕਰਦੇ ਨੇ, ਉਹ 2 ਤੋਂ 2.5 ਘੰਟੇ ਸੌਂਦੇ ਨੇ। ਹੁਣ ਸਵਾਲ ਪੈਦਾ ਹੁੰਦਾ ਹੈ, ਅਸੀਂ 8-8 ਘੰਟੇ 6-6 ਘੰਟੇ ਸੌ ਕੇ ਵੀ ਸਾਡੀ ਨੀਂਦ ਪੂਰੀ ਨਹੀਂ ਹੁੰਦੀ। ਤੇ ਜਿਹੜਾ ਬੰਦਾ ਅੱਧਾ ਘੰਟਾ 2 ਘੰਟੇ 2.5 ਘੰਟੇ ਸੌਂਦਾ ਹੈ, ਉਹ ਸਾਡੇ ਨਾਲੋਂ ਵੀ ਜ਼ਿਆਦਾ ਤਾਜ਼ਾ, ਜ਼ਿਆਦਾ ਸਰਲ, ਜ਼ਿਆਦਾ ਫਰੈਸ਼ ਜਾਗਦਾ ਹੈ। ਕਿਉਂ ਭਲਾ? ਕਿ ਸੰਗਤ ਜੀ, ਮਾਫ ਕਰਨਾ, ਅਸੀਂ ਜਿਹੜੇ ਜਾਗਦੇ ਆ ਨਾ, ਇਹ ਵੀ ਦੂਜਿਆਂ ਅਰਥਾਂ ਵਿੱਚ ਸੁੱਤੇ ਹੋਏ ਆ। ਜੀਵਨ ਸੋਏ ਸੋਏ ਬਤੀਤ ਕਰ ਰਹੇ ਆ। ਜੋ ਰਾਤ ਦੀ ਨੀਂਦਰ ਹੈ ਨਾ ਪਿਆਰਿਓ, ਇਹ ਸਾਡੇ ਪ੍ਰਾਣਾਂ ਤੇ ਫੈਲ ਜਾਂਦੀ ਹੈ। ਸਾਡੇ ਪ੍ਰਾਣਾਂ ਤੇ ਫੈਲ ਜਾਂਦੀ ਹੈ ਨੀਂਦਰ। ਇਹੋ ਹੀ ਕਾਰਨ ਹੈ ਫੈਲੀ ਹੋਈ ਨੀਂਦ ਨਾਲ ਸੌਣਾ 8 ਘੰਟੇ 10 ਘੰਟੇ ਵੀ ਥੋੜੇ ਲੱਗਦੇ ਨੇ। ਜਿਵੇਂ ਸੰਗਤ ਜੀ, ਜੇਕਰ ਇਸ ਨੀਂਦਰ ਨੂੰ ਅਸੀਂ ਸਮਝ ਪਾਈਏ ਕਿ ਨੀਂਦ ਹੈ ਕੀ ਹੈ, ਕੀ ਕਰਦੀ ਹੈ ਸਾਡੇ ਸਰੀਰ ਨਾਲ, ਤਾਂ ਅਸੀਂ ਘੱਟ ਸਮੇਂ ਵਿੱਚ ਸੌ ਕੇ ਜ਼ਿਆਦਾ ਤਾਜ਼ੇ ਉੱਠ ਸਕਦੇ ਹਾਂ। ਜਿਵੇਂ ਇੱਕ ਸ਼ੀਸ਼ਾ ਹੁੰਦਾ ਹੈ, ਅਬਤਲ ਲੈਂਜ, ਛੋਟਾ ਜਿਹਾ ਇੱਕ ਸ਼ੀਸ਼ਾ ਹੁੰਦਾ ਹੈ। ਉਸ ਸ਼ੀਸ਼ੇ ਨੂੰ ਜੇਕਰ ਸੂਰਜ ਦੇ ਮੂਹਰੇ ਕਰ ਦਈਏ, ਉਹਦੇ ਤੇ ਸੂਰਜ ਦੀਆਂ ਕਿਰਨਾਂ ਪੈਣ, ਜਦੋਂ ਉਹ ਕਿਰਨਾਂ ਉਸ ਸ਼ੀਸ਼ੇ ਦੁਆਰਾ ਇਕੱਠੀਆਂ ਹੋ ਕੇ ਕਿਸੇ ਕਾਗਜ਼ ਤੇ ਪੈਂਦੀਆਂ ਨੇ, ਚਾਹੇ ਲੱਕੜੀ ਹੈ ਚਾਹੇ ਕਾਗਜ਼ ਹੈ, ਤਾਂ ਯਾਦ ਰੱਖੋ ਉਹ ਕਾਗਜ਼ ਸੜਨਾ ਸ਼ੁਰੂ ਹੋ ਜਾਂਦਾ, ਉਹ ਕਾਗਜ਼ ਨੂੰ ਅੱਗ ਲੱਗ ਜਾਂਦੀ ਹੈ। ਧਿਆਨ ਦਿਓ, ਸੂਰਜ ਤਾਂ ਤਪ ਰਿਹਾ, ਪਹਿਲਾਂ ਕਾਗਜ਼ ਤੇ ਅੱਗ ਨਹੀਂ ਸੀ ਲੱਗੀ, ਕਾਸਮੋਸ ਤੇ ਅੱਗ ਨਹੀਂ ਸੀ ਲੱਗੀ। ਜਿਵੇਂ ਹੀ ਵਿਚਾਲੇ ਸ਼ੀਸ਼ਾ ਆਇਆ, ਉਹਦੇ ਦੁਆਰਾ ਕਿਰਨਾਂ ਉਹਦੇ ਤੇ ਪਈਆਂ, ਉਹ ਘਾਹ ਨੇ ਸੜਨਾ ਸ਼ੁਰੂ ਕਰ ਦਿੱਤਾ। ਸਮਝਦੇ ਆ ਨਾ ਸੂਤਰ? ਕੀ ਹੋਇਆ ਕਿ ਸੂਰਜ ਦੀਆਂ ਕਿਰਨਾਂ ਨੂੰ ਉਸ ਯੰਤਰ ਨੇ, ਉਸ ਸ਼ੀਸ਼ੇ ਨੇ ਇਕੱਠੀਆਂ ਕੀਤਾ, ਇੱਕੋ ਜਗ੍ਹਾ ਸਾਰਿਆਂ ਨੂੰ ਸੁੱਟਿਆ, ਤੇ ਗਰਮੀ ਇੰਨੀ ਵੱਧ ਗਈ, ਉਸ ਘਾਹ ਫੂਸ ਵਿੱਚ, ਉਸ ਲੱਕੜੀ ਵਿੱਚ ਅੱਗ ਪ੍ਰਗਟ ਹੋ ਗਈ। ਇਸੇ ਤਰ੍ਹਾਂ ਪਿਆਰਿਓ, ਅੰਦਰ ਵੀ ਨਿੰਦਰ ਨੂੰ ਆਪਣੇ ਤੀਸਰੇ ਦਿਲ ਤੇ ਇਕੱਠਾ ਕਰਕੇ ਜਦੋਂ ਭੋਗਿਆ ਜਾਂਦਾ ਹੈ, ਤਾਂ 8 ਘੰਟੇ ਦੀ ਨੀਂਦ ਨੂੰ ਕੁਝ ਪਲਾਂ ਵਿੱਚ ਭੋਗਿਆ ਜਾ ਸਕਦਾ ਹੈ। ਇਹਦਾ ਫਾਇਦਾ ਹੈ, ਇਹਦਾ ਕੀ ਲਾਭ ਹੈ? ਇਹਦਾ ਲਾਭ ਇਹ ਹੈ ਕਿ ਆਲਸ ਦੂਰ ਭੱਜ ਜਾਏਗੀ। ਤੁਸੀਂ ਜਾਗਦੇ ਚਾਹੇ ਸੁੱਤੇ ਹੋਏ ਹੋ, ਤੁਹਾਨੂੰ ਦੀਨ ਦੁਨੀਆ ਦੀ ਖਬਰ ਰਹਿੰਦੀ ਹੈ, ਕਿਉਂਕਿ ਤੁਸੀਂ ਸੁੱਤੇ ਹੋਏ ਵੀ ਉਸ ਅਕਾਲ ਪੁਰਖ ਦੀ ਬੰਦਗੀ ਵਿੱਚ ਸੰਲਗਨ ਹੋ। ਇਹਦੇ ਨਾਲ ਤੁਹਾਨੂੰ એનર્ਜੀ, ਊਰਜਾ ਮਿਲਦੀ ਹੈ। ਉਸ ਊਰਜਾ ਦੇ ਸਦਕੇ ਤੁਹਾਡਾ ਲੋਕ ਸੁਖੀਏ, ਪਰ ਲੋਕ ਸਹਿਲਾ ਹੋ ਜਾਂਦਾ ਹੈ। ਸੋ ਪਿਆਰਿਓ, 8 ਪਹਿਰ, ਉਹਦੇ ਗੁਣ ਗਾਣ ਦਾ ਢੰਗ, ਤਰੀਕਾ, ਮਰਮ ਭੇਦ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੌਖਿਆ ਕਰਕੇ, ਸਰਲ ਕਰਕੇ ਸਮਝਾਣਾ ਕਰਦੀ ਹੈ ਬੰਦਿਆ। ਸਗਲ ਮਨੋਰਥ ਤਿਸ ਕੇ ਪੂਰਨ, ਜਿਸ ਦਇਆ ਕਰੇ ਪ੍ਰਭ ਆਪੇ। ਉਹਦੇ ਸਾਰੇ ਮਨੋਰਥ, ਉਹਦੇ ਸਾਰੇ ਮਨ ਦੀਆਂ ਉਮੰਗਾਂ ਅਕਾਲ ਪੁਰਖ ਪੂਰੀਆਂ ਕਰ ਦਿੰਦਾ ਹੈ, ਜਿਹਦੇ ਤੇ ਉਹਦੀ ਕਿਰਪਾ ਹੁੰਦੀ ਹੈ। ਸੋ ਪਿਆਰਿਓ, ਇਹ ਕਾਰਨ ਐਸਾ ਜਿੱਥੇ ਪੱਥਰਾਂ ਨੂੰ ਵੀ ਤਾਰਿਆ ਜਾਂਦਾ ਹੈ,
आओ गुरु रविदास पातशाह की खुशी प्राप्त करिए। आओ इस बाणी अपने जीवन का हिस्सा बना लीए। सोते जागते वहदे उठते धन गुरु रविदास कह के सतनाम वाहिगुरू वाहिगुरू दा जपदे जपदे इस जिंदगी दे पद नूं सौखा करिए। आओ गुरु की बख्शिश कल जुग में कीर्तन प्रदाना गुरमुख जपिए लाए ध्याना। मेरे राम जी, मेरे राम जी, मेरे राम जी, मेरे राम जी, तुम प्रभ अंतर जाने, अंतर जाने, मेरे राम जी, मेरे राम जी, मेरे राम जी, मेरे राम जी। सो संगत जी दास रहा 20 मिनट की छुट्टी बख्शो। 20 मिनट बाद अपने दे चरणों में फिर हाजिर होवांगे। संगतों को बेनती है टिकाओ बख्शो। इस तरह ही सजे रहना ते दासियां नूं 20 मिनट की छुट्टी बख्शो। उस तो बाद फिर हाजिर होंदे आ। लाइव चल रहा है सरदार मक्खण सिंह मौलापुर तो बेनती है कि लाइव चल रहा देश विदेश संगतां वेख रही ने तो कृपा करके स्टेज पे संगतां नूं कार सेवा की जिहड़ी बेनती है वो संगतां दे सन्मुख रखण। आओ पहला सरदार मक्खण सिंह जी मौला वाहिगुरू तो संगतां नूं बेनती करके उस उपरंत चौधरी अजीत सिंह जी बगवाई वो भी संगतां नूं अपने वालों कार सेवा लई जरूर बेनती करन क्योंकि ये दर साडा अपना घर है। देश विदेश में बैठियां संगतां सोशल मीडिया तो जो ये मीडिया राही दिखाया जा रहा है सो सारे ने आओ रल के कार सेवा करनी है। सो आओ सरदार मक्खण सिंह जी पासों कार सेवा वाले बेनतियां सरबड़ करिए। संगत जी थोड़े तो